ਸਾਰੀ ਗੱਲ ਉਹ ਬੂਟਿਆਂ ਨਾਲ ਆ ਗਈ ਨਾ ਇਕੱਲੀ ਹਿਊਮਸ ਜੇ ਜਿੰਨਾ ਝੋਨਾ ਲੱਗਣ ਡਿਆ ਵਾ ਹਿਊਮਸ ਵਧੀ ਉਹ ਸਾਨੂੰ ਇੱਥੇ ਵੀ ਪ੍ਰੋਬਲਮ ਆਉਣੀ ਉਸ ਚੀਜ਼ ਦੀ। ਐਨੀਮਲ ਸਾਹ ਨਹੀਂ ਲੈ ਸਕਦੇ ਤੇ ਦੁੱਧ ਕੀ ਦੇਣਾ ਉਹਨਾਂ ਨੂੰ। ਵਾਹਿਗੁਰੂ ਜੀ ਕੀ ਫਤਿਹ। ਜਲ ਚੇਤਨਾ ਯਾਤਰਾ ਦੇ ਤਹਿਤ ਅੱਜ ਅਸੀਂ ਮਾਝੇ ਦੇ ਇੱਕ ਮਸ਼ਹੂਰ ਨਗਰ ਮਹਿਤਾ ਵਿਖੇ ਆਏ ਅਤੇ ਜਿਸ ਬੰਬੀ ਦੇ ਉੱਤੇ ਅਸੀਂ ਬੈਠੇ ਹਾਂ ਇਹ ਬੰਬੀ ਆਪਣੇ ਆਪ ਦੇ ਵਿੱਚ ਇੱਕ ਸਦੀ ਦਾ ਇਤਿਹਾਸ ਸਮੋ ਕੇ ਬੈਠੀ। ਇਸ ਖੂਹ ਦੇ ਉੱਤੇ ਜਿੱਥੇ ਬਹੁਤ ਸਾਰੇ ਵੱਡੇ ਦਰਖਤ ਕਾਫੀ ਕਟਲ ਜਾਮਣ ਕਦਮ ਫਾਈਕਸ ਦੀਆਂ ਕਈ ਸਾਰੀਆਂ ਇੱਥੇ ਵੰਨਗੀਆਂ ਹੈਗੀਆਂ ਤੁਣਦੀਆਂ ਹੈਗੀਆਂ ਕਾਫੀ ਜੰਗਲਾਤ ਇੱਥੇ ਪਹਿਲੇ ਹੈਗੀ ਹੈ। ਇਸ ਖੂਹ ਦੀ ਇਤਿਹਾਸਕ ਵਿਸ਼ੇਸ਼ਤਾ ਇਸ ਤਰੀਕੇ ਦੀ ਰਹੀ ਕਿ ਇੱਥੇ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਪਿਛਲੇ ਇੱਕ ਸਦੀ ਤੋਂ ਪਿਛਲੇ 100 ਸਾਲ ਤੋਂ ਸੰਬੰਧਿਤ ਮਹਾਂਪੁਰਖ ਸੰਤ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਸੰਤ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ, ਸੰਤ ਕਰਤਾਰ ਸਿੰਘ ਜੀ ਤਥਾ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ, ਬਾਬਾ ਠਾਕਰ ਸਿੰਘ ਹੁਣੀ ਆਪਣੇ ਜਥੇ ਸਮੇਤ ਇਸ ਖੂਹ ਦੇ ਉੱਤੇ ਆਉਂਦੇ ਰਹੇ ਤੇ ਔਰ ਲੰਬਾ ਸਮਾਂ ਇੱਥੇ ਰਹਿੰਦੇ ਰਹੇ। ਤੇ ਇਹ ਖੂਹ ਜਿਹੜਾ ਹੈ ਇਹ ਇੱਕ ਮਾਝੇ ਦੇ ਬੜੇ ਇੱਕ ਮਸ਼ਹੂਰ ਪਰਿਵਾਰ ਦਾ ਹੈ ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਵਿੱਚ ਯੋਗਦਾਨ ਰਿਹਾ। ਇਹ ਖੂਹ ਸੱਚਖੰਡ ਵਾਸੀ ਬਾਬਾ ਦਲੀਪ ਸਿੰਘ ਹੁਣਾਂ ਦਾ, ਭਾਈ ਸੰਤ ਸਿੰਘ ਹੁਣਾਂ ਦਾ, ਭਾਈ ਪ੍ਰਿਤਪਾਲ ਸਿੰਘ ਹੁਣਾਂ ਦਾ ਔਰ ਮੌਜੂਦਾ ਸਮੇਂ ਦੇ ਵਿੱਚ ਸਰਦਾਰ ਇਕਬਾਲ ਸਿੰਘ ਸ਼ਾਹ ਹੋਣੀ, ਸਿਮਰਨ ਸਿੰਘ ਜਿਹੜੇ ਕਿ ਬਾਹਰ UK ਦੇ ਵਿੱਚ ਵਰਿਸ਼ਟਰ ਹੈਗੇ ਉਹਨਾਂ ਦਾ ਖੂਹ ਆ। ਅਤੇ ਘੱਟੋ ਘੱਟ ਮਾਝੇ ਦੇ ਵਿੱਚ ਤਾਂ ਜਿਹੜੇ ਪੰਥਕ ਹਲਕੇ ਉਹਨਾਂ ਦੇ ਵਿੱਚ ਸ਼ਾਹ ਪਰਿਵਾਰ ਬੜੀ ਵਾਕਫੀਅਤ ਰੱਖਦਾ, ਬੜਾ ਯੋਗਦਾਨ ਰਿਹਾ ਦਮਦਮੀ ਟਕਸਾਲ ਦੇ ਵਿੱਚ, ਅਕਾਲੀ ਦਲ ਦੇ ਵਿੱਚ ਵੀ ਔਰ ਸਿੱਖ ਸਟਰਗਲ ਦੇ ਵਿੱਚ ਵੀ। ਸੋ ਅੱਜ ਅਸੀਂ ਇੱਥੇ ਆਏ ਹਾਂ ਜਿਸ ਮਸਲੇ ਕਰਕੇ ਉਹ ਇਸ ਸਿੱਖਾਂ ਦੇ ਜਿਹੜੇ ਪੰਥਕ ਇਤਿਹਾਸਕ ਮਸਲੇ ਉਦੋਂ ਥੋੜ੍ਹਾ ਵੱਖਰਾ ਜਿਹਦੇ ਸੰਬੰਧੀ ਅਸੀਂ ਗੱਲ ਕਰਨ ਆਏ ਹਾਂ। ਜਿੱਥੇ ਇਸ ਪਰਿਵਾਰ ਦਾ ਪੰਥਕ ਤੌਰ 'ਤੇ ਯੋਗਦਾਨ ਰਿਹਾ ਉੱਥੇ ਅੱਜ ਐਨਵਾਇਰਨਮੈਂਟ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜਾ ਪੰਜਾਬ ਦੇ ਵਿੱਚ ਮਿੱਟੀ ਪਾਣੀ ਹਵਾ ਦਾ ਤਵਾਜ਼ਨ ਵਿਗੜ ਗਿਆ ਹੋਇਆ ਉਹਨੂੰ ਸਹੀ ਕਰਨ ਦੇ ਲਈ ਵੀ ਇਹ ਪਰਿਵਾਰ ਦਾ ਆਪਦਾ ਇੱਕ ਯੋਗਦਾਨ ਹੈ। ਤਾਂ ਉਹਦੇ ਸੰਬੰਧੀ ਅਸੀਂ ਗੱਲ ਕਰਨ ਲਈ ਸਰਦਾਰ ਇਕਬਾਲ ਸਿੰਘ ਸ਼ਾਹ ਹੁਣਾਂ ਦੇ ਨਾਲ ਅੱਜ ਇੱਥੇ ਬੈਠੇ ਹਾਂ। ਤੋ ਸਰਦਾਰ ਇਕਬਾਲ ਸਿੰਘ ਹੁਣਾਂ ਨੂੰ ਮੈਂ ਜੀ ਆਇਆਂ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਦਾ ਤਾਂ ਮੈਂ ਕਿਉਂਕਿ ਇਹਨਾਂ ਨੂੰ ਚਾਚਾ ਜੀ ਕਹਿਣਾ ਕਿ ਸਿਮਰਨ ਸਿੰਘ ਹੁਣਾਂ ਨਾਲ ਸਾਡਾ ਪਿਆਰ ਹੈ। ਤੋ ਉਸ ਪ੍ਰਥਾਏ ਇੱਥੇ ਬੇਸ਼ੱਕ ਬਹੁਤ ਪੁਰਾਣੇ ਦਰਖਤ ਵੀ ਹੈਗੇ ਆ ਜਿਹੜੇ ਆਪਾਂ ਦੇਖ ਰਹੇ ਹਾਂ। ਤੋ ਇੱਕ ਅਸੀਂ ਇੱਥੇ ਨਵਾਂ ਲੱਗੀ ਹੋਈ ਝਿੜੀ ਦੇਖੀ ਹੈ ਜਿਹੜੀ ਈਕੋ ਸਿੱਖ ਜਿਹੜੀ ਸੰਸਥਾ ਹੈ ਉਹਦੇ ਸਹਿਯੋਗ ਦੇ ਨਾਲ ਇਹਨਾਂ ਨੇ ਲਾਈ, ਉਹ ਵੀ ਆਪਾਂ ਦੇਖਾਂਗੇ। ਤਾਂ ਉਹ ਇਨਵਾਇਰਨਮੈਂਟ ਦੇ ਹਿਸਾਬ ਦੇ ਨਾਲ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਯੋਜਨਾ ਹੈਗੀ ਜਾਂ ਤੁਸੀਂ ਕਿਆ ਕਰ ਰਹੇ ਆ ਉਹਦੇ ਬਾਰੇ ਤੁਸੀਂ ਸਾਡੀ ਜਿਹੜੇ ਸਰੋਤੇ ਹੈਗੇ ਉਹਨਾਂ ਨੂੰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਭਾਈ ਸਾਹਿਬ ਭਾਈ ਮਨਤੀਰ ਸਿੰਘ ਜੀ ਅਤੇ ਨਿਰਵੈਰ ਸਿੱਖ ਵੱਲੋਂ ਇੱਥੇ ਕੈਮਰੇ ਵੱਲੋਂ ਇੱਥੇ ਪਹੁੰਚੇ ਨੇ, ਮੈਂ ਜੀ ਆਇਆਂ ਆਖਦਾ। ਇਹ ਜਿਹੜਾ ਪਲਾਨ ਪ੍ਰੋਗਰਾਮ ਸੀਗਾ ਸਾਡਾ ਦਰਖਤਾਂ ਦੇ ਸੰਬੰਧ 'ਚ, ਇਹ ਮੇਰਾ ਵੱਡਾ ਬੇਟਾ ਉੱਥੇ ਕੈਨੇਡਾ ਸਿਮਰਨ ਸਿੰਘ ਉਹ ਵਕੀਲ ਆ ਉੱਥੋਂ ਪ੍ਰੋਗਰਾਮ ਬਣਿਆ ਵੀ ਆਪਾਂ ਇਸ ਇਨਵਾਇਰ ਵਾਸਤੇ ਇਹ ਜੋ ਮਾਹੌਲ ਆ ਦਰਖਤਾਂ ਦਾ ਅਸੀਂ ਕਟਾਈ ਜਿੰਨੀ ਵੱਡੀ ਪੱਧਰ 'ਤੇ ਕਰ ਰਹੇ ਆ ਸਾਡੇ ਲੋਕ, ਇਸ ਚੀਜ਼ ਨੂੰ ਠੱਲ ਪਾਉਣ ਵਾਸਤੇ ਕੁਛ ਨਾ ਕੁਛ ਜਿਹੜੀ ਆ ਗੱਲ ਵੱਖਰੀ ਲਿਆਂਦੀ ਜਾਵੇ। ਸੋ ਉਸੇ ਤਹਿਤ ਅਸੀਂ ਈਕੋ ਸਿੱਖ ਵਾਲਿਆਂ ਨਾਲ ਸੰਪਰਕ ਕੀਤਾ। ਫਿਰ ਅਸੀਂ 2 ਏਕੜ ਦਾ ਜਿਹੜਾ ਅਸੀਂ ਉਹ ਜੰਗਲ ਲਗਾਉਣ ਦਾ ਜਿਹੜਾ ਉਪਰਾਲਾ ਉਹ ਇਹ ਬੱਚਿਆਂ ਨੇ ਮੇਰੇ ਵੱਲੋਂ ਸਾਰੇ ਪਰਿਵਾਰ ਨੇ ਅਸੀਂ ਇਹ ਜਿਹੜੀ ਆ ਸ਼ੁਰੂਆਤ ਕੀਤੀ, ਜਿਹਦੇ ਵਿੱਚ ਅਸੀਂ ਤਕਰੀਬਨ 50-52 ਕਿਸਮ ਦੇ ਦਰਖਤ ਜਿਹੜੇ ਆ ਲਾ ਰਹੇ ਹਾਂ, ਜਿਹੜੇ
ਕੋਈ ਸਾਡੇ ਪੁਰਾਣੇ ਜੜੀ ਬੂਟੀਆਂ ਨਾਲ ਸੰਬੰਧਿਤ ਜਿਹੜੇ ਸਾਡੇ ਪੁਰਾਣੇ ਲੋਕ ਜਿਹੜੇ ਸੀ ਸਾਡੇ ਦਵਾਈਆਂ 'ਚ ਉਹਨਾਂ ਨੂੰ ਵਰਤਦੇ ਸੀ, ਉਹ ਦਰਖਤ ਜਿਹੜੇ ਆ 52 ਕਿਸਮ ਦੇ ਦਰਖਤ ਜਿਹੜੇ ਆ ਅਸੀਂ ਲਾ ਕੇ ਤੇ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਵਾਤਾਵਰਣ ਇਲਾਕੇ ਦੇ ਵਾਸਤੇ ਚੰਗਾ ਜਿਹੜਾ ਉਹ ਬਣ ਸਕੇ। ਇਹ ਜਿਹਨੂੰ ਅੱਜ ਤੋਂ ਤਕਰੀਬਨ 10 ਦਿਨ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਉਸ ਚੀਜ਼ ਦੀ ਜਿਹੜੀ ਸ਼ੁਰੂਆਤ ਕੀਤੀ ਗਈ, ਸੰਤ ਬਾਬਾ ਸੱਜਣ ਸਿੰਘ ਜੀ ਤੇ ਪਿੰਗਲਵਾੜੇ ਤੋਂ ਭਾਈ ਰਾਜਵੀਰ ਸਿੰਘ ਜੀ, ਡਾਕਟਰ ਰਾਜਵੀਰ ਸਿੰਘ ਜੀ, ਉਹ ਵੀ ਵਿਸ਼ੇਸ਼ ਤੌਰ ਤੇ ਇਸ ਜਿਹੜਾ ਇੱਕੋ ਸਿੱਖ ਵਾਲਿਆਂ ਨੇ ਉਪਰਾਲਾ ਜਾਂ ਸਾਡੇ ਪਰਿਵਾਰ ਵੱਲੋਂ ਕੀਤਾ ਗਿਆ 2 ਏਕੜ ਨੂੰ ਜੰਗਲ ਬਣਾਉਣ ਦਾ, ਉਹਦੇ ਵਿੱਚ ਉਹ ਵੀ ਪਹੁੰਚੇ ਸਨ। ਦੁਨੀਆ ਦੇ ਵਿੱਚ ਇਹ ਗੱਲ ਮਸ਼ਹੂਰ ਹੈ ਕਿ ਪੰਜਾਬ ਦਰਿਆਵਾਂ ਦੀ ਧਰਤੀ ਆ, ਪਾਣੀਆਂ ਦੀ ਧਰਤੀ ਆ, ਬਹੁਤ ਖੇਤੀ ਪ੍ਰਧਾਨ ਸੂਬਾ, ਹਰਿਆ ਭਰਿਆ ਹੈਗਾ। ਇੰਨਾ ਹੀ ਸਾਰੀ ਜਿਸ ਤਰੀਕੇ ਦੀ ਇਹ ਪੰਜਾਬ ਦੀ ਲੱਗਦੀ ਹੈ, ਸਾਡੇ ਹਰਿਆਲੀ ਹੈਗੀ ਆ ਜਾਂ ਪਾਣੀ ਹੈਗਾ, ਉਹਦੇ ਕਰਕੇ ਸਾਨੂੰ ਮਨ 'ਚ ਕਿੱਦਾਂ ਆਇਆ ਵੀ ਇਹ ਆਪਾਂ ਇਹ ਕਰੀਏ? ਦੇਖੋ, ਗੁਰੂ ਨਾਨਕ ਸਾਹਿਬ ਦਾ ਜਿਵੇਂ ਉਹਨਾਂ ਦੀ ਯਾਦ 'ਚ, ਗੁਰੂ ਨਾਨਕ ਸਾਹਿਬ ਦੀ ਯਾਦ 'ਚ ਜੰਗਲ ਦਾ ਜਿਹੜਾ 550 ਸਾਲਾ ਪੁਰਬ ਦੇ ਸੰਬੰਧ 'ਚ ਅਸੀਂ ਇਹ ਜਿਹੜਾ ਜੰਗਲ ਲਾਉਣ ਦਾ ਉਪਰਾਲਾ ਕੀਤਾ। ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਵੇਂ ਪਾਣੀ ਕੋ ਮੋਟਰਾਂ ਹੁਣ ਪਾਣੀ ਥੱਲੇ ਕੱਢ ਰਹੀਆਂ, ਬੋਰ ਚੱਲ ਰਹੇ, ਝੋਨਾ ਲਾਇਆ ਤੇ ਉਹ ਘਬਰਾਹਟ ਹੋ ਰਹੀ ਸੀ। ਥੋੜੇ ਜਾਗਰੂਕ ਹੋਣ ਕਰਕੇ, ਥੋੜਾ ਜੇ ਸਮਝ ਲੱਗਣ ਕਰਕੇ ਵੀ ਇਹ ਜਿਹੜਾ ਪਾਣੀ ਥੱਲੇੋਂ ਧਰਤੀ ਤੋਂ ਦਿਨ ਦਿਨ ਮੁੱਕ ਰਿਹਾ, ਪਵਨ ਗੁਰੂ ਪਾਣੀ ਪਿਤਾ ਗੁਰੂ ਸਾਹਿਬ ਦਾ ਸੰਵਿਧਾਨ ਸੀ, ਪਰ ਅਸੀਂ ਉਹਦੀ ਬਹੁਤ ਬਰਬਾਦੀ ਕਰ ਰਹੇ ਹਾਂ, ਜਿਹਦੇ ਵਿੱਚ ਮੈਂ ਵੀ ਇੱਕ ਇਨਵਾਲਵ ਹਾਂ। ਪਿਛਲੇ ਸਮੇਂ ਅਸੀਂ ਝੋਨਾ ਲਾਉਣ ਵਾਸਤੇ ਉਹਨੂੰ ਸਿੱਧੀ ਬਿਜਾਈ ਕੀਤੀ, ਪਰ ਥੋੜੀ ਜੀ ਘੱਟ ਬਿਜਾਈ, ਘੱਟ ਉਹਦਾ ਝਾੜ ਕਰਕੇ ਮੈਂ ਵੀ ਆਪਣੀ ਉਸੇ ਤਹਿਤ ਹੀ ਮੈਂ ਗੱਲ ਕਰ ਰਿਹਾ ਵੀ ਫਿਰ ਉਹ ਮਨ ਚ ਆਇਆ ਵੀ ਯਾਰ ਉਹਦਾ ਥੋੜਾ ਘੱਟ ਝਾੜ ਨਿਕਲਿਆ। ਤੇ ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਸਰਕਾਰਾਂ ਨੂੰ ਸਖਤੀ ਤੋਂ ਬਿਨਾਂ ਇਹ ਚੀਜ਼ ਲਾਗੂ ਨਹੀਂ ਹੋ ਸਕਦੀ। ਜਿਹੜੀ ਸਖਤੀ ਹੈ 10 ਤਰੀਕ ਦੀ ਗੱਲ ਕੀਤੀ ਸਰਕਾਰ ਨੇ ਕਿ ਝੋਨਾ ਜਿਹੜਾ 10 ਤਰੀਕ ਤੋਂ ਪਹਿਲਾਂ ਨਹੀਂ ਲੱਗਣਾ ਚਾਹੀਦਾ, ਕਿਉਂਕਿ ਉਦੋਂ ਬਰਸਾਤਾਂ ਚਾਲੂ ਹੋ ਜਾਂਦੀਆਂ ਨੇ ਤੇ ਕੁਛ ਨਾ ਕੁਛ ਜਿਹੜਾ ਸਾਡਾ ਥੱਲੇ ਦਾ ਪਾਣੀ ਜਿਹੜਾ ਉਹ ਘੱਟ ਖਿੱਚਿਆ ਜਾਂਦਾ, ਤੇ 10 ਤਰੀਕ ਨੂੰ ਬਰਸਾਤਾਂ ਹੋਣ ਕਰਕੇ ਸਾਡੀ 11-21 ਸਾਡੀਆਂ ਬਾਸਮਤੀਆਂ ਜਿਹੜੀਆਂ ਉਹ ਤਕਰੀਬਨ ਵੈਸੇ ਪਲ ਜਾਂਦੀਆਂ, ਇੱਕ ਵਾਰ ਕੱਦੂ ਕੀਤਾ ਤਾਂ ਦੁਬਾਰਾ ਵੈਸੇ ਪਲ ਜਾਂਦੀਆਂ ਨੇ। ਪਰ ਇਹਦੇ ਵਿੱਚ ਸਰਕਾਰਾਂ ਪਤਾ ਨਹੀਂ ਕੀ ਕਾਰਨ ਆ, ਵੋਟਾਂ ਦਾ ਹੀ ਕਾਰਨ ਆ ਸਿਰਫ ਮੇਰੇ ਖਿਆਲ ਅਨੁਸਾਰ। ਤੇ ਜੇ ਸਾਡੇ ਤੇ ਸਖਤੀ ਹੋਵੇ, ਸਾਨੂੰ ਸਖਤੀ ਕੀਤੀ ਜਾਵੇ, ਤੇ ਜਿਹੜਾ ਗੁਰੂ ਸਾਹਿਬ ਦੀ ਗੱਲ ਸੀ, ਜਿਹਦੇ ਦਰਖਤਾਂ ਦੀ ਗੱਲ ਸੀ, ਇਹ ਜਿਹੜੇ ਜਿਵੇਂ ਪਾਣੀ ਮੁੱਕਦਾ ਜਾ ਰਿਹਾ ਤੇ ਦਰਖਤ ਵੀ ਮੁੱਕਦੇ ਜਾਣੇ ਨੇ। ਜੇ ਪਾਣੀ ਮੁੱਕ ਗਿਆ ਤੇ ਕੋਈ ਚੀਜ਼ ਵੀ ਨਹੀਂ ਰਹਿਣੀ, ਇੱਥੇ ਕੁਝ ਵੀ ਨਹੀਂ। ਇਹ ਗੁਰੂ ਸਾਹਿਬ ਨੇ ਤੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਪਰ ਅਸੀਂ ਇਸ ਚੀਜ਼ ਤੋਂ ਬਹੁਤ ਦੂਰ ਚਲੇ ਗਏ ਹਾਂ। ਤੇ ਮੈਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਪਰਿਵਾਰ ਨਾਲ, ਮੇਰੇ ਬੇਟੇ ਵੱਡੇ ਨੇ ਸਿਮਰਨ ਸਿੰਘ ਦਾ ਇਹ ਉਪਰਾਲਾ ਮੇਨ, ਵੀ ਉਹਦੇ ਵੱਲੋਂ ਇਹ ਕੀਤਾ ਗਿਆ ਵੀ ਇੱਕੋ ਸਿੱਖ ਨਾਲ ਸੰਪਰਕ ਕਰਕੇ ਕੁਛ ਨਾ ਕੁਛ ਜਿਹੜੀ ਸ਼ੁਰੂਆਤ ਕੀਤੀ ਜਾਵੇ, ਜੰਗਲ ਲਾਉਣ ਦੀ ਸ਼ੁਰੂ ਕੀਤੀ। ਹੁਣ ਇੱਕ ਤੁਸੀਂ ਗੱਲ ਕੀਤੀ ਸਿੱਧੀ ਬਿਜਾਈ ਦੀ ਝੋਨੇ ਦੀ, ਹਾਂਜੀ ਹਾਂਜੀ, ਤੁਸੀਂ ਆਪ ਇੱਥੇ ਤਜਰਬਾ ਕੀਤਾ, ਕਿੰਨਾ ਕੁ ਝਾੜ ਹੋ ਜਾਂਦਾ, ਕਿੰਨਾ ਕੁ ਫਰਕ ਪੈ ਜਾਂਦਾ? ਬਹੁਤ ਵਧੀਆ ਝਾੜ ਆ ਜੀ। ਸਾਨੂੰ ਪਹਿਲਾ ਸਾਲ ਸੀ, ਸਾਡੀ ਸੋਚ ਨਹੀਂ ਚੰਗੀ, ਗੱਲ ਆਇਆ ਵੀ ਸਾਨੂੰ 28 ਕੁਇੰਟਲ ਝਾੜ ਦਿੱਤਾ ਪਿਛਲੇ ਸੈਸ਼ਨ। ਅੱਛਾ। ਤੇ ਜਿਹੜਾ ਦੂਸਰਾ ਝੋਨਾ ਲਵਾਇਆ ਸੀ ਉਹ 34-35 ਕੁਇੰਟਲ ਨਿਕਲਿਆ। ਅਸੀਂ ਇਹ ਗੱਲ ਨਹੀਂ ਕੀਤੀ ਵੀ ਉਹ 28 ਕੁਇੰਟਲ ਨਿਕਲਿਆ ਤੇ ਆਪਾਂ ਉਹਨੂੰ ਅਗਲੇ ਸਾਲ ਹੋਰ ਚੰਗੇ ਢੰਗ ਨਾਲ ਕਰੀਏ ਤੇ ਉਹ 35 ਕੱਢੀਏ, ਪਰ ਨਹੀਂ, ਅਸੀਂ ਉਸ ਚੀਜ਼ ਨੂੰ ਛੱਡ ਕੇ ਤੇ ਆਪਾਂ ਉਹ ਦੂਜੇ ਝੋਨੇ ਵੱਲ ਫੇਰ ਚੱਲ ਪਏ। ਅੱਛਾ, ਪਾਣੀ ਦਾ ਤੁਹਾਡਾ ਕਿਸ ਤਰ੍ਹਾਂ ਦਾ ਤਜਰਬਾ ਰਿਹਾ? ਜਿਹੜਾ ਆਪਾਂ ਸਿੱਧਾ ਡਰਿਲ ਕਰਦੇ ਆ ਉਹਦੇ ਸੰਬੰਧੀ ਪਾਣੀ ਤੇ ਜਿਹੜਾ ਝੋਨੇ ਵਾਲਾ, ਉਹਦੇ ਵਿੱਚ ਕਿੰਨਾ ਕੁ ਫਰਕ ਪੈ ਜਾਂਦਾ ਪਾਣੀ ਦਾ? ਪਾਣੀ ਵੇਖੋ, ਜਿੱਦਾਂ ਸਾਨੂੰ ਮਿਹਨਤ ਵੱਧ ਕਰਨੀ ਪੈਂਦੀ ਆ ਜ਼ਿਮੀਂਦਾਰ ਨੂੰ, ਵੀ ਜਿਹੜੀ ਸਿੱਧੀ ਬਿਜਾਈ ਆ ਨਾ, ਉਹ ਪਾਣੀ ਦਾ ਇੱਕ ਗੱਲ ਵਾਧਾ ਬਹੁਤ ਆ ਵੀ ਪਾਣੀ ਖੇਤ 'ਚ ਦਿੱਤਾ ਤੇ ਉਹ ਧਰਤੀ 'ਚ ਚਲਾ ਗਿਆ। ਇਹ ਇੱਕ ਸਾਡੇ ਵਾਸਤੇ ਬੜੀ ਚੰਗੀ ਗੱਲ ਵਾ। ਸਰਕਾਰਾਂ ਇਸ ਚੀਜ਼ ਵੱਲ ਧਿਆਨ ਦੇਣ ਵੱਧ ਤੋਂ ਵੱਧ, ਵੀ ਜਿਹੜੀ ਸਿੱਧੀ ਬਿਜਾਈ ਵਾਲਾ ਝੋਨਾ ਲਾਉਣਾ ਬੰਦ ਨਾ ਕਰਾਉਣ। ਕੋਈ ਫਸਲਾਂ ਦੋ ਨੇ ਹੋਰ, ਇੱਥੇ ਕਿਹੜੀ ਬਿਜਾਈ ਕਰਾ ਦੇਣੀ ਸਾਡੇ ਕੋਲ? ਕੀ ਸਾਨੂੰ ਬਿਜਾਈ ਕਰਾਉਣੀ ਆ? ਪੰਜਾਬ ਇੱਥੇ ਝੋਨਾ ਕਣਕ ਦੀ ਗੱਲ ਆ, ਇੱਥੇ ਉਹ ਫਸਲਾਂ ਚੰਗੀਆਂ ਹੁੰਦੀਆਂ ਨੇ, ਇੱਥੇ ਨਾ ਨਰਮਾ ਹੋਣਾ ਨਾ ਕਪਾਵਾਂ ਹੋਣੀਆਂ, ਇੱਥੇ ਉਹ ਤੇ ਕੁਝ ਹੋਣਾ ਨਹੀਂ ਆ। ਪਰ ਕਣਕ ਝੋਨਾ ਭਾਵੇਂ ਬਿਜਾਈ ਕਰਵਾਈ ਜਾਵੇ, ਪਰ ਬਿਜਾਈ ਸਿੱਧੇ ਤਰੀਕੇ ਨਾਲ ਕਰਵਾਈ ਜਾਵੇ, ਸਿੱਧੀ ਬਿਜਾਈ ਕਰਵਾਈ ਜਾਵੇ, ਕਿਉਂਕਿ ਖੇਤ 'ਚ ਪਾਣੀ ਲੱਗਾ ਤੇ ਪਾਣੀ ਜ਼ਮੀਨ 'ਚ ਚਲਾ ਗਿਆ ਥੱਲੇ। ਜਿਹੜਾ ਪਾਣੀ ਅਸੀਂ ਝੋਨਿਆਂ 'ਚ ਕੱਦੂ ਕਰਦੇ ਆ, ਉਹ ਇੱਕ ਲੇਅਰ ਸਖਤ, ਉਹਦੀ ਇੱਕ ਪਰਤ ਜਿਹੜੀ ਆ ਉਹਨੂੰ ਗੁੰਨ ਦਿੰਦੇ ਆ, ਉਹ ਪਰਤ ਬਣ ਜਾਂਦੀ ਆ ਤੇ ਪਾਣੀ ਉੱਪਰਲਾ ਜਿਹੜਾ ਪਾਣੀ ਜਿੰਨਾ ਵੀ ਖੇਤਾਂ ਨੂੰ ਦਿੰਦੇ ਆ, ਸਾਰਾ ਉਹ ਉੱਡ ਰਿਹਾ ਪਾਣੀ। ਇਸ ਕਰਕੇ ਜੇ ਪਾਣੀ ਨੂੰ ਅਸੀਂ ਸਿੱਧੀ ਬਿਜਾਈ ਕਰਕੇ ਦਿੰਦੇ ਆ, ਭਾਵੇਂ ਵੱਧ ਦਿੰਦੇ ਆ, ਪਰ ਸਾਡਾ ਵੇਸਟ ਨਹੀਂ ਜਾ ਰਿਹਾ ਉਹ। ਇਹ ਕਰਕੇ ਇੱਕ ਜਿਹੜਾ ਹੁਣ ਕੁਛ ਯੂਨੀਵਰਸਿਟੀ ਵੱਲੋਂ ਵੀ ਜਿਹੜੇ ਮਾਹਰ ਹੈਗੇ ਅਨਅਫੀਸ਼ੀਅਲੀ ਉਹ ਵੀ ਕਹਿੰਦੇ ਆ, ਜਾਂ ਲੋਕ ਵੀ ਕਹਿੰਦੇ ਆ ਕਿ
ਝੋਨਾ ਲਾਣ ਕਰਕੇ ਪੂਰਾ ਪੰਜਾਬ ਹੀ 75-80 ਲੱਖ ਏਕੜ ਇੱਕ ਮਤਲਬ ਸਮੁੰਦਰੀ ਬਣ ਜਾਂਦਾ। ਉਹਦੇ ਨਾਲ ਜਿਹੜੀ ਆ ਉਹ ਹਾਈ ਟੈਂਪਰੇਚਰ ਤੇ ਹਿਊਮਿਡਿਟੀ ਵੱਧ ਬਹੁਤ ਉਹ ਇਹ ਤੁਹਾਨੂੰ ਇਸ ਗੱਲ ਦਾ ਤੁਹਾਨੂੰ ਕਿੱਦਾਂ ਲੱਗਦਾ? ਮੈਂ ਤੇ ਵੇਖੋ ਹੁਣ ਜਦੋਂ ਸ਼ਾਮ ਪੈਂਦੀ ਆ, ਸਾਡੇ ਹੁਣ ਝੋਨਾ ਲੱਗ ਗਿਆ, ਹੁਣ ਸ਼ਾਮ ਪੈਂਦੀ ਆ ਤੇ ਇੱਥੇ ਖੇਤਾਂ 'ਚ ਖਲੋਣ ਨੂੰ ਦਿਲ ਨਹੀਂ ਕਰਦਾ, ਜੀ ਕਰਦਾ ਦਵਾ ਦਵਾ ਕਿਤੇ ਏਸੀ 'ਚ ਵੜ ਜਾਈਏ ਜਾਂ ਕਿਤੇ ਚੱਲ ਜਾਈਏ। ਨਹੀਂ ਤੇ ਅੱਜ ਤੋਂ ਥੋੜਾ ਚਿਰ ਪਹਿਲਾਂ ਦੀ ਗੱਲ ਜਿਹੜੀ ਕਰਦੇ ਆ ਅਸੀਂ, ਵੀ ਉਦੋਂ ਇਹੋ ਜੀ ਗਰਮੀ ਇਹਦੇ ਨਾਲੋਂ ਜ਼ਿਆਦਾ ਸੀ, ਪਰ ਹੁਣ ਹੁਮਸ ਜ਼ਿਆਦਾ। ਹੁਣ ਹੁਮਸ ਜ਼ਿਆਦਾ। ਮੇਰਾ ਨਾਲ ਡੇਰੀ ਫਾਰਮ ਹੀ ਆ, ਅਸੀਂ ਉਹਦਾ ਫੋਗਰ ਲਾ ਕੇ ਟੈਂਪਰੇਚਰ ਨੂੰ ਤੇ ਮੇਨਟੇਨ ਕੀਤਾ, ਘੱਟ ਕੀਤਾ, ਪਰ ਜਿਹੜੀ ਹੁਮਸ ਵਾ ਨਾ ਉਹ ਬਹੁਤ ਜ਼ਿਆਦਾ। ਉਹਦੇ ਕਰਕੇ ਹੁਣ ਇੱਕ ਹੋਰ ਗੱਲ ਕਰਦੇ ਸਫੋਕੇਸ਼ਨ ਬਹੁਤ ਜ਼ਿਆਦਾ। ਸਫੋਕੇਸ਼ਨ ਨਾਲ ਨੁਕਸਾਨ ਹੋ ਰਿਹਾ ਡੇਰੀ ਫਾਰਮਾਂ ਤੇ, ਸਾਡੇ ਮਨੁੱਖਾਂ ਦਾ, ਸਾਡੇ ਹਰ ਚੀਜ਼ ਦਾ ਹੀ, ਦਰਖਤਾਂ ਦਾ, ਹਰ ਚੀਜ਼ ਦਾ ਜਿਹੜਾ ਨੁਕਸਾਨ ਇਹ ਹੁਮਸ ਕਰਕੇ ਜ਼ਿਆਦਾ ਹੋ ਰਿਹਾ। ਸੋ ਇੱਕ ਅਖੀਰ ਦੇ ਵਿੱਚ ਮੈਂ ਸਵਾਲ ਪੁੱਛ ਕੇ ਆਪਾਂ ਫਿਰ ਤੁਹਾਡਾ ਇਹ ਦੇਖਾਂਗੇ ਜਿਹੜਾ ਲਾਇਆ ਹੋਇਆ ਇਕੋ ਜੰਗਲ, ਇਹ ਜਿਹੜਾ ਹੁਣ ਅਸੀਂ ਦੇਖ ਰਹੇ ਹਾਂ ਇਹ ਤਾਂ ਹੈਗਾ ਕੁਛ ਮਰਲੇ 'ਚ ਲੱਗਦਾ ਹੈ ਨਾ, ਕੋਈ ਕਨਾਲ। ਹਾਂਜੀ। ਇਹਦਾ ਤੁਹਾਡਾ ਟੋਟਲ ਜਿਹੜਾ ਜੰਗਲ ਦਾ 2 ਏਕੜ ਕਿੰਨੇ ਬੂਟੇ ਲੱਗ ਜਾਣਗੇ? ਉਹ 5300 ਬੂਟਾ ਲੱਗੂਗਾ ਜੀ ਟੋਟਲ 5300 ਬੂਟਾ। ਮਤਲਬ ਉਹਦਾ ਲਾਉਣ ਦਾ ਉਹਨਾਂ ਦਾ ਢੰਗ ਵੱਖਰਾ, ਜੰਗਲ ਟਾਈਪ, ਜਿਵੇਂ ਇੱਕ ਮੜਾ ਛੋਟਾ ਆ, ਉੱਥੇ ਜਿਵੇਂ ਜੜੀ ਬੂਟੀਆਂ ਥੋੜੀਆਂ ਵੱਡੀਆਂ ਨੇ, ਉਹ ਤੋਂ ਵੱਡੀ ਬੋੜ, ਪਿੱਪਲ, ਇਹਦੇ ਵਿੱਚ ਸਾਰੇ ਦਰਖਤ ਨੇ, 550 ਦਰਖਤ ਨੇ। ਤੇ ਇਹ ਜਿਹੜੇ ਹੁਣ ਸਾਡੇ ਕੋਲ ਅੱਜ ਗੱਡੀ ਸਾਡੀ ਪਹੁੰਚ ਰਹੀ ਆ, ਬਾਕੀ ਦਰਖਤ ਅਸੀਂ ਜਿਹੜੇ ਮੰਗਵਾ ਲਏ ਨੇ, ਅਸੀਂ ਥੋੜੇ ਦਿਨਾਂ ਵਿੱਚ ਇਹਨੂੰ ਪੂਰਾ ਕਰ ਰਹੇ ਹਾਂ। ਤੇ ਇਹ ਹਾਲੇ ਥੋੜੀ ਜਗ੍ਹਾ, ਪਰ ਹੁਣ ਨਾਲ ਦੀ ਨਾਲ ਚਾਲੂ ਕਰ ਰਹੇ ਹਾਂ ਉਸ ਚੀਜ਼ ਨੂੰ। ਅੱਛਾ, ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਵੀ ਜ਼ਿਕਰ ਕੀਤਾ ਕਿ ਸਿਮਰਨ ਸਿੰਘ ਹੁਣ ਚਾਹੇ ਬਾਹਰ ਬੈਠੇ ਆ, ਮਨ ਤੇ ਇੱਥੇ ਹੀ ਆ ਉਹਨਾਂ ਦਾ, ਮਨ ਇੱਥੇ ਹੀ ਆ। ਜਿਹੜੇ ਆਪਣੇ ਪ੍ਰਵਾਸੀ ਆ ਉਹਨਾਂ ਦੀ ਪੰਜਾਬ ਪ੍ਰਤੀ ਜ਼ਿਆਦਾ ਸ਼ਿੱਦਤ ਦੇ ਨਾਲ ਖਿੱਚ ਰਹਿੰਦੀ ਹੈ, ਪੰਜਾਬ ਨੂੰ ਸੋਹਣਾ ਬਣਾਉਣ ਦੇ ਲਈ, ਖੁਸ਼ਹਾਲ ਬਣਾਉਣ ਦੇ ਲਈ, ਨਰੋਆ ਬਣਾਉਣ ਦੇ ਲਈ। ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਕਿ ਅਸੀਂ 2 ਏਕੜ ਜਿਹੜੇ ਹੈਗੇ ਆ ਇਹ ਝੀਲ ਲਾਈਏ। ਤੁਸੀਂ ਜਿਹੜੇ ਹੋਰ ਪ੍ਰਵਾਸੀ ਹੈਗੇ ਆ, ਮਤਲਬ ਉਹਨਾਂ ਦੇ ਸੰਬੰਧੀ ਤੁਸੀਂ ਕਿਆ ਤਵੱਕੋ ਰੱਖਦੇ ਹੋ? ਕਿਉਂਕਿ ਉਹ ਇੱਥੇ ਦੀ ਇਨਕਮ ਤੇ ਤਾਂ ਬਹੁਤੇ ਹੈ ਨਹੀਂ ਨਿਰਭਰ। ਇਨਕਮ ਤੇ ਖਿੱਚ ਤੇ ਹੈ ਨਾ, ਇੱਥੇ ਜਿਵੇਂ ਜੰਪਲ ਨੇ, ਇੱਥੋਂ ਦੀ ਸਾਡਾ ਘਰ ਵਾ, ਸਾਡਾ ਬਲੱਡ ਇੱਥੋਂ ਦਾ, ਪਰ ਜਿਵੇਂ ਦਿਨ ਬ ਦਿਨ ਜੋ ਹਾਲਾਤ ਜਿਹੜੇ ਨੇ ਉਹ ਚੰਗੇ ਨਹੀਂ ਹੋ ਰਹੇ। ਪਹਿਲਾਂ ਮਨ ਸੀ ਵੀ ਜਿਹੜਾ ਇੱਥੋਂ ਮੂਵ ਹੋ ਰਹੇ ਆ ਤੇ ਬੜਾ ਇੱਕ ਮਾੜਾ ਫੈਸਲਾ, ਪਰ ਜਿਹੋ ਜਿਹੀਆਂ ਸਾਡੇ ਸਰਕਾਰਾਂ ਦੇ ਪ੍ਰਬੰਧ ਨੇ, ਸਾਡੀਆਂ ਸਰਕਾਰਾਂ ਦਾ ਪ੍ਰੋਗਰਾਮ ਆ, ਪਤਾ ਨਹੀਂ ਇਹ ਕੀ ਪ੍ਰੋਗਰਾਮ ਹੈ, ਇਸ ਗੱਲ ਦੇ ਬਾਰੇ ਨਹੀਂ ਸਾਨੂੰ ਬਹੁਤੀ ਨੌਲੇਜ ਨਹੀਂ ਹੈ। ਮੈਂ ਖੇਤੀ ਨਾਲ ਸੰਬੰਧਿਤ ਬੰਦਾ, ਪਰ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਤੇ ਜਿਹਦੀ ਨਹੀਂ ਗੱਲ ਬਣਨੀ ਉਹ ਹੀ ਇੱਥੇ ਰਹਿ ਸਕਣਾ। ਬਾਕੀ ਜਿਹੜੇ ਜਿੰਨਾ ਚਿਰ ਸਖਤੀ ਨਹੀਂ ਆ, ਜਿੰਨਾ ਚਿਰ ਸਾਡਾ ਕਮਾਂਡਰ ਚੰਗਾ ਨਹੀਂ, ਸਾਡੀ ਫੌਜ ਦਾ ਮੁਖੀ ਚੰਗਾ ਨਹੀਂ, ਜੇ ਘਰ ਦਾ ਮੁਖੀ ਚੰਗਾ ਨਹੀਂ ਆ ਤੇ ਉਹਨਾਂ ਚਿਰ ਉਹ ਘਰ ਤੋਂ ਤੁਸੀਂ ਆਸ ਨਹੀਂ ਚੰਗੀ ਰੱਖ ਸਕਦੇ। ਉਹਨਾਂ ਘਰੋਂ ਤੋਂ ਕੀ ਆਸ, ਉਹਨਾਂ ਪੰਚਾਇਤਾਂ ਤੋਂ ਕੀ ਆਸ ਰੱਖਦੇ, ਉਹਨਾਂ ਐਮਐਲਏ ਤੋਂ ਕੀ ਆਸ? ਜੇ ਖੁਦ ਚੰਗੇ ਨੇ, ਜਿਹੜੇ ਪ੍ਰੈਕਟੀਕਲੀ ਅੱਛੇ ਨੇ, ਉਹ ਕਹੇ ਭਾਈ ਚੋਰੀ ਨਹੀਂ ਕਰਨੀ, ਠੱਗੀ ਨਹੀਂ ਕਰਨੀ, ਇਸ ਚੀਜ਼ ਨਾਲ ਚੰਗੇ ਢੰਗ ਨਾਲ ਆਪਾਂ ਇੱਥੇ ਇਹਨੂੰ ਆਪਾਂ ਜਿਹੜੇ ਹੁਣ ਬਾਹਰ ਬੈਠੇ ਨੇ ਉਹਨਾਂ ਦਾ ਬੜਾ ਧਿਆਨ ਆ, ਸਾਡਾ ਬੱਚਿਆਂ ਦਾ ਵੀ ਪੰਜਾਬ ਵੱਲ ਬੜਾ ਧਿਆਨ ਵਾ ਵੀ ਇਹ ਵਧੀਆ ਬਣੇ, ਇਹ ਚੰਗਾ ਵਾਤਾਵਰਨ ਹੋਵੇ, ਚੰਗੇ ਦਰਖਤ ਲੱਗਣ, ਚੰਗੀਆਂ ਗਲੀਆਂ ਨਾਲੀਆਂ ਬਣਨ, ਚੰਗੇ ਲੋਕ ਹੋਣ। ਪਰ ਮੈਂ ਵੇਖ ਰਿਹਾ ਵੀ ਦਿਨ ਬ ਦਿਨ ਨਿਘਾਰ ਆ ਰਿਹਾ, ਇੱਕ ਦਿਨ ਤੋਂ ਅਗਲਾ ਦਿਨ ਜਿਹੜਾ ਉਹ ਮਾੜਾ ਹੀ ਆ ਰਿਹਾ, ਕੋਈ ਚੰਗੀ ਗੱਲ ਦੀ ਆਸ ਨਹੀਂ ਦਿਸ ਰਹੀ। ਇੱਥੇ ਲੀਡਰ ਸਾਡੇ ਉਹ ਕੀ ਗੱਲ ਬਣੀ ਦੀ, ਉਹ ਜਦੋਂ ਐਮਐਲਏ ਬਣਦੇ ਆ ਉਹਦੇ ਕੋਲ ਥੋੜਾ ਜਿਹਾ ਰਕਬਾ, ਪਰ ਜਦੋਂ ਐਮਐਲਏ ਬਣ ਗਏ ਉਹ 5 ਸਾਲਾਂ ਚ ਸਮਝ ਨਹੀਂ ਲੱਗਦੀ ਉਹਨਾਂ ਨੂੰ ਵੀ ਉਹ ਕਿੱਦਾਂ ਉਹਨੂੰ ਫਿਰ ਲਕਾਉਂਦੇ ਛਪਾਉਂਦੇ ਫਿਰਦੇ ਨੇ। ਪਰ ਇੱਕ ਮੈਂ ਗੱਲ ਇਹ ਦੇਖੀ ਆ ਸਾਰੇ ਯਾਤਰਾ 'ਚ, ਅੱਜ ਸਾਨੂੰ ਪੂਰਾ 1 ਮਹੀਨਾ ਹੋ ਗਿਆ, ਵੀ ਅੱਗੇ ਅਸੀਂ ਬਹੁਤ ਸਾਰੀ ਆਸ ਸਰਕਾਰਾਂ ਤੋਂ ਹੀ ਰੱਖਦੇ ਸੀਗੇ। ਹੁਣ ਪੰਜਾਬ 'ਚ ਬਹੁਤ ਸਾਰੇ ਇਸ ਤਰ੍ਹਾਂ ਦੇ ਉਦਮੀ ਪੰਜਾਬੀ ਹੈਗੇ ਆ ਜਿਹੜੇ ਸਰਕਾਰਾਂ ਦੀ ਮਦਦ ਤੋਂ ਬਿਨਾਂ ਇਹ ਸਾਰਾ ਕੁਝ ਕਰ ਰਹੇ। ਹੁਣ ਜੋ ਤੁਸੀਂ ਇੱਥੇ ਕਰ ਰਹੇ ਆ ਇਹਦੇ ਵਿੱਚ ਮੈਨੂੰ ਲੱਗਦਾ ਕੋਈ ਸਰਕਾਰ ਨਹੀਂ, ਕੋਈ ਉਹਨਾਂ ਦਾ ਕੋਈ ਨਹੀਂ ਆ, ਇਹ ਤਾਂ ਸਾਡਾ ਆਪਣਾ ਹੀ ਆ ਪਰਸਨਲ। ਪਰ ਸਰਕਾਰ ਜਿਹੜੀ ਆ ਜਿੱਦਾਂ ਉਹਦਾ ਤਾਂ ਬੜਾ ਵੱਡਾ ਰੋਲ ਵਾ। ਇਹ ਤਾਂ ਇੱਕ ਛੋਟੀ ਗੱਲ ਆ ਨਾ, ਇਹ ਤਾਂ ਇੱਕ ਸ਼ੁਰੂਆਤ ਆ, ਜਿਵੇਂ ਇਹ ਤਾਂ ਸਾਡਾ ਸ਼ੁਰੂਆਤ ਆ ਇੱਕ ਵੀ ਇਹ ਤੇ ਮਨ 'ਚ ਆ ਵੀ ਚਲੋ ਬਾਕੀ ਵੀ ਕੁਛ ਨਾ ਕੁਛ ਜਿਹੜੇ ਜਾਗਰੂਕ ਹੋਣ ਬੰਦੇ, ਕੁਛ ਨਾ ਕੁਛ ਜਿੱਦਾਂ ਸਾਡੇ ਮਹਿਤੇ ਵਾਸਤੇ ਇੰਨਾ ਹੀ ਏਰੀਆ ਸ਼ੁੱਧ ਹਵਾ ਦਾ ਹੈ ਤੇ ਚੰਗੀ ਗੱਲ ਆ। ਪਰ ਸਰਕਾਰਾਂ ਨੂੰ ਵੀ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਆ। ਇਹ ਸਰਕਾਰਾਂ ਤੋਂ ਬਿਨਾਂ ਗੱਲਾਂ ਨਹੀਂ ਬਣਦੀਆਂ। ਜੇ ਤੁਸੀਂ ਕਰੋ ਵੀ ਸਰਕਾਰਾਂ ਤੋਂ ਬਿਨਾਂ ਲੋਕ ਲਾ ਕੇ ਤੇ ਉਸ ਚੀਜ਼ ਨੂੰ
ਨਹੀਂ, ਉਹ ਤਾਂ ਠੀਕ ਹੈ। ਜਿਹੜੇ ਆਮ ਲੋਕ ਹੈਗਾ ਨਾ, ਉਹ ਬੌਧਿਕ ਤੌਰ ਦੇ ਉੱਤੇ ਇੰਨੇ ਸਮਝਦਾਰ ਹੁੰਦੇ, ਨਾ ਹੀ ਉਹਨਾਂ ਕੋਲ ਸਮਰੱਥਾ ਹੁੰਦੀ ਹੈ। ਵਿਆਪਕ ਤੌਰ ਤੇ ਤਾਂ ਸਰਕਾਰ ਹੀ ਕਰ ਸਕਦੀ ਹੈ, ਪਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਕੀਤਾ ਕਿ ਜਿਹੜੇ ਸਮਰੱਥ ਲੋਕ ਹੈਗੇ, ਜੇ ਉਹ ਕਰਨ ਤੇ ਫਿਰ ਕੁਛ ਨਾ ਕੁਛ ਸਰਕਾਰਾਂ ਨੂੰ ਵੀ ਸ਼ਾਇਦ ਸ਼ਰਮ ਆਏ ਵੀ ਜਿਹੜੇ ਸਾਡੇ ਕਰਨ ਦੇ ਲੋਕ ਆ ਉਹ ਇੱਕ ਨਿੱਜੀ ਬੰਦੇ ਕਰ ਰਹੇ ਨੇ। ਨਹੀਂ, ਚੰਗੀ ਗੱਲ, ਇਹ ਤੇ ਗੱਲ ਹੈ, ਇਹ ਤੇ ਗੱਲ ਠੀਕ ਵਾ। ਜਿਵੇਂ ਇਸ ਗੱਲ ਨੂੰ ਇੱਕ ਸ਼ੁਰੂਆਤ ਕੀਤਾ, ਇਹ ਉਦੋਂ ਮਹਾਂਪੁਰਖ ਕਰਕੇ ਗਏ ਸ਼ੁਰੂ, ਬਾਬੇ ਹਰਨਾਮ ਸਿੰਘ ਹੋਣੀ ਚਾਲੂ ਕਰਕੇ ਗਏ ਇਸ ਪ੍ਰੋਗਰਾਮ ਨੂੰ। ਉਹਨਾਂ ਦੀ ਬਦੌਲਤ, ਉਹਨਾਂ ਦਾ ਸਾਰਾ, ਉਹਨਾਂ ਦਾ ਆਸ਼ੀਰਵਾਦ ਵਾ। ਉਹ ਸਾਡੇ ਪਰਿਵਾਰ ਦੇ ਮੁਖੀ ਨੇ, ਤੇ ਇਹ ਸਾਡਾ ਇੱਕ ਛੋਟਾ ਜਿਹਾ ਉਪਰਾਲਾ, ਮਹਾਰਾਜ ਕਿਰਪਾ ਕਰਨ। ਸੰਤ ਐਵੇਂ ਆ ਵੀ ਸਭ, ਜਿਵੇਂ ਮੋਟਰਾਂ ਨੇ ਹੁਣ ਇੱਥੇ ਤਕਰੀਬਨ ਮੇਰੇ ਖਿਆਲ ਤੁਹਾਨੂੰ ਗਿਣਤੀ ਨਹੀਂ ਹੋਣੀ, 200-300 ਦਰਖਤ ਤੋਂ ਵੱਧ ਦਰਖਤ ਆ, 1500 2000 ਦੇ ਕਰੀਬ ਦਰਖਤ ਲੱਗਾ। ਤੇ ਜੇ ਅਸੀਂ ਸਾਰੇ ਆਪਣੀਆਂ ਮੋਟਰਾਂ ਦੇ ਉੱਤੇ ਦਰਖਤ ਲਾਉਨੇ ਆ, ਤੇ ਆ ਬਰਸਾਤ ਦੀ ਤੇ ਕੋਈ ਗੱਲ ਹੀ ਨਹੀਂ ਗੀ। ਜਦੋਂ ਦਰਖਤ ਲੱਗ ਜਾਣ, ਬਰਸਾਤ ਵੀ ਆਪੇ ਪੈਣ ਡੈ ਪੈਣੀ ਆ, ਇੱਥੇ ਪਾਣੀ ਵੀ, ਜਿਹੜਾ ਪਾਣੀ ਦਾ ਪੱਧਰ ਵੀ ਉੱਚਾ ਹੋ ਜਾਣਾ। ਝੋਨੇ ਬਾਰੇ ਇੱਕ ਗੱਲ ਜ਼ਰੂਰ ਆ ਵੀ ਸਖਤੀ ਨਾਲ ਸਰਕਾਰਾਂ ਨੂੰ ਇਹ ਗੱਲ ਜਿਹੜੀ ਆ, ਜੇ ਅਸੀਂ ਅਵਲ ਤੇ ਆਪ ਸਾਨੂੰ ਉਹ ਗੱਲ ਦੇ ਫੈਸਲੇ ਚੰਗੇ ਲੈਣੇ ਚਾਹੀਦੇ ਆ ਵੀ ਅਸੀਂ ਸਿੱਧੀ ਬਿਜਾਈ ਕਰੀਏ, ਝੋਨੇ ਦੀ ਸਿੱਧੀ ਬਿਜਾਈ ਕਰੀ, ਜੇ ਪਾਣੀ ਘੱਟ ਸਾਡਾ ਖਰਚਾ ਆਵੇ, ਜੇ ਪਾਣੀ ਲੱਗਦਾ ਵੀ ਆ ਤਾਂ ਪਾਣੀ ਜ਼ਮੀਨ ਦੇ ਥੱਲੇ ਚਲਾ ਜਾਵੇ। ਇਹ ਪਾਣੀ ਬਚਾਉਣ ਦੀ ਇੱਕ ਬੜੀ ਚੰਗੀ ਗੱਲ ਆ। ਹਾਂਜੀ, ਚਲੋ। ਸੋ ਮੈਂ ਸਰਦਾਰ ਇਕਬਾਲ ਸਿੰਘ ਹੁਣਾਂ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ 2 ਏਕੜ ਦੇ ਰਕਬੇ ਦੇ ਵਿੱਚ ਜਿਹੜਾ ਹੈਗਾ ਉਹ ਜੰਗਲ ਲਾਉਣ ਦਾ ਫੈਸਲਾ ਲਿਆ ਹੋਇਆ। ਉਸ ਤੋਂ ਬਿਨਾਂ ਵੀ ਇਹਨਾਂ ਦੀ ਜਿਹੜਾ ਖੂਹ ਆ, ਉਹਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਦਰਖਤ ਜਿਹੜੇ ਹੈਗੇ, ਬੜੇ ਪੁਰਾਣੇ ਦਰਖਤ ਇੱਥੇ ਪਹਿਲਾਂ ਵੀ ਖੜੇ, ਉਹਦੇ ਬਾਵਜੂਦ ਇਹ ਇੱਕ ਕਾਫੀ ਰਕਬੇ ਦੇ ਵਿੱਚ ਲਵਾ ਰਹੇ। ਤੋ ਮਹਾਰਾਜ, ਇਹਨਾਂ ਦਾ ਪਰਿਵਾਰ ਪੰਜਾਬ ਦੀ ਪੰਥ ਦੀ ਸੇਵਾ ਦੇ ਵਿੱਚ ਰਿਹਾ, ਤੋ ਆਉਣ ਵਾਲੀਆਂ ਪੀੜ੍ਹੀਆਂ ਵੀ ਪੰਜਾਬ ਪੰਥ ਦੀ ਸੇਵਾ ਦੇ ਵਿੱਚ ਆਪਦਾ ਯੋਗਦਾਨ ਪਾਉਂਦੀਆਂ ਰਹਿਣ। ਅੱਜ ਅਸੀਂ ਮਹਿਤੇ ਜਿਹੜਾ ਸ਼ਾਹ ਫਾਰਮ ਦੇ ਉੱਤੇ ਆਏ ਹੋਏ ਹਾਂ, ਜਿੱਥੇ ਅਸੀਂ ਇੱਕ ਝਿੜੀ ਦੇਖੀ, ਇੱਕ ਬਾਗ ਦੇਖਿਆ, ਜਾਂ ਇਸ ਫਾਰਮ ਦੇ ਉੱਤੇ ਬਹੁਤ ਪੁਰਾਣੇ ਜਿਹੜੇ ਬੂਟੇ ਦੇਖੇ। ਉਹਦੇ ਨਾਲ ਇਸ ਫਾਰਮ ਦੇ ਉੱਤੇ ਇੱਕ ਗਾਵਾਂ ਦਾ ਵੀ ਜਿਹੜਾ ਹੈਗਾ ਡੇਅਰੀ ਫਾਰਮ ਵੀ ਹੈ। ਤੇ ਗਾਵਾਂ ਦੇ ਡੇਅਰੀ ਫਾਰਮ ਦੇ ਬਾਰੇ ਅਸੀਂ ਕਮਰ ਸਿੰਘ ਹੋਣਾ ਕੋਲੋਂ ਜਾਣਕਾਰੀ ਲਵਾਂਗੇ। ਕਮਰ ਸਿੰਘ ਹੋਣੀ ਐਗਰੀਕਲਚਰ ਦੀ BSc ਹੈ ਖਾਲਸਾ ਕਾਲਜ ਤੋਂ ਕੀਤੀ ਹੋਈ, ਮੁੜ ਕੇ 7 ਸਾਲ ਇਹ ਕੈਨੇਡਾ ਦੇ ਵਿੱਚ BC 'ਚ ਰਹੇ ਆ, ਅਤੇ 2017 ਤੋਂ ਇੱਥੇ ਆ ਕੇ ਇਹ ਖੇਤੀਬਾੜੀ ਤੇ ਡੇਅਰੀ ਫਾਰਮਿੰਗ ਦੇ ਕਿੱਤੇ ਦੇ ਵਿੱਚ ਹੈਗੇ ਆ। ਤੋ ਜਿਹੜਾ ਇਹ ਡੇਅਰੀ ਫਾਰਮ ਹੈਗਾ ਖਾਸ ਕਰਕੇ, ਉਹਦੇ ਸੰਬੰਧ ਦੇ ਵਿੱਚ ਇਹ ਆਪਾਂ ਨੂੰ ਜਾਣਕਾਰੀ ਜਿਹੜੀ ਉਹ ਦੇਣਗੇ। ਮੈਂ ਸਰਦਾਰ ਕਮਰ ਸਿੰਘ ਹੋਣਾ ਨੂੰ ਬੇਨਤੀ ਕਰਦਾ ਕਿ ਉਹ ਡੇਅਰੀ ਫਾਰਮ ਦੇ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜੀ ਆਇਆਂ ਸਾਰੀ ਟੀਮ ਨੂੰ। ਜਿੱਦਾਂ ਭਾਜੀ ਤੁਹਾਡੇ ਨਾਲ ਪਹਿਲਾਂ ਵੀ ਮੈਂ ਕਰ ਰਿਹਾ ਸੀ ਗੱਲ ਵੀ ਡੇਅਰੀ ਫਾਰਮ ਦਾ ਧੰਦਾ ਜਿਹੜਾ ਵਾ ਸ਼ੁਰੂ ਕਿੱਦਾਂ ਕੀਤਾ ਸੀ ਨਾ। ਵੀ 17 ਦੇ ਵਿੱਚ ਮੈਂ ਆਇਆ ਇੱਥੇ, ਪਤਾ ਨਹੀਂ ਸੀ ਲੱਗ ਰਿਹਾ ਵੀ ਕਰੀਏ ਕੀ, ਵੀ ਹੁਣ ਰਹਿਣਾ ਇੱਥੇ ਆ। ਡਿਸੀਜਨ ਲੈ ਲਿਆ ਉੱਥੋਂ ਆਉਣ ਦਾ, ਵੀ ਭਾਜੀ ਨਾਲ ਵੀ ਸਾਰੀ ਸਲਾਹ ਕੀਤੀ ਵੀ ਕਿੱਦਾਂ ਕਰਨਾ ਵਾ, ਵੀ ਇੱਕ ਜਣਾ ਸਾਡੇ ਪਰਿਵਾਰ ਚੋਂ ਇੱਥੇ ਜ਼ਰੂਰ ਹੋਣਾ ਚਾਹੀਦਾ ਵਾ। ਉੱਦਾਂ ਨਹੀਂ ਤੇ ਕੁਛ ਤੁਸੀਂ ਇਹਨੂੰ ਜੋ ਸਾਡਾ ਪਰਿਵਾਰਕ ਬੈਕਗਰਾਊਂਡ ਆ ਉਹ ਸਾਰਾ ਖਤਮ ਹੋ ਜਾਂਦਾ। ਫਿਰ ਮੈਂ 2017 'ਚ ਫੈਸਲਾ ਕੀਤਾ ਵੀ ਮੇਰੀ 2017 ਦੇ ਵਿੱਚ ਹੀ ਮੈਰਿਜ ਹੋਈ ਸੀ, ਤੇ ਆਫਟਰ 3 ਮੰਥਸ ਮੈਂ ਪ੍ਰੋਗਰਾਮ ਬਣਾਇਆ ਵੀ ਮੈਂ ਇੱਥੇ ਆ ਰਹਿਣਾ। ਤੇ ਇੱਥੇ ਆ ਕੇ ਤੇ ਸਮਝ ਤੋਂ ਬਾਹਰ ਸੀ, ਵਾਈ ਵਾਲਾ ਕੰਮ ਤੇ ਨਾਲ ਚੱਲੀ ਜਾਂਦਾ ਸੀ, ਵੀ ਕੋਈ 80-85 ਏੜ ਗੇੜ ਜਿਹੜੀ ਵਾਈ ਚੱਲਦੀ ਸੀ, ਪਰ ਉਹ ਤੋਂ ਇਲਾਵਾ ਕੋਈ ਐਡੀਸ਼ਨਲ ਕੰਮ ਹੋਣਾ ਬੜਾ ਜ਼ਰੂਰੀ ਆ ਸਰਵਾਈਵਲ ਲਈ। ਫਿਰ ਵਾ ਜੇ ਤੁਸੀਂ ਐਟਲੀਸਟ ਕੋਈ ਇੱਕ ਅੱਧਾ ਕੰਮ ਨਾਲ ਕਰ ਰਹੇ ਜੇ। ਤੇ ਮੈਂ PAU ਗਿਆ ਉੱਥੇ, ਕਿਉਂਕਿ ਮੇਰੀ BSc ਐਗਰੀਕਲਚਰ ਆ ਖਾਲਸਾ ਕਾਲਜ ਤੋਂ, ਤੇ ਉੱਥੇ ਮੇਰਾ ਪੋਸਟ ਗ੍ਰੈਜੂਏਟ ਡਿਪਲੋਮਾ ਸੀ ਕੈਨੇਡਾ ਦੇ ਵਿੱਚ, ਗ੍ਰੀਨ ਹਾਊਸ ਐਂਡ ਨਰਸਰੀ ਪ੍ਰੋਡਕਸ਼ਨ ਦੇ ਵਿੱਚ, ਤੇ ਸੇਮ ਫੀਲਡ ਦੇ ਵਿੱਚ ਮੈਂ ਉੱਥੇ ਜੌਬ ਕੀਤੀ। ਤੇ ਇੱਥੇ ਆ ਕੇ ਗ੍ਰੀਨ ਹਾਊਸ ਨਰਸਰੀ ਦੇ ਵਿੱਚ ਤੁਸੀਂ এনवायरमेंट ਸੂਟ ਨਹੀਂ ਕਰਦਾ, ਤੁਸੀਂ ਗ੍ਰੀਨ ਹਾਊਸ ਨਹੀਂ ਐਸਟੈਬਲਿਸ਼ ਕਰ ਸਕਦੇ, ਪੋਸੀਬਲ ਨਹੀਂ ਆ। ਉਹਦੇ ਤੇ ਸਰਚ ਕੀਤੀ ਸਾਰੀ, ਤੇ ਬਹੁਤ ਟਫ ਆ, ਜਿਹੜਾ ਇਕਨੋਮਿਕਲੀ ਵਾਇਬਲ ਨਹੀਂ ਹੈਗਾ। ਤੁਸੀਂ ਆਪਣਾ ਪ੍ਰੋਡਿਊਸ ਨਹੀਂ ਕਿਸੇ ਚੰਗੀ ਥਾਂ ਤੇ ਸੇਲ ਕਰ ਸਕਦੇ, ਤੇ ਉਹ ਕੈਂਸਲ ਕੀਤਾ ਪਹਿਲਾਂ ਆ ਕੇ ਵੀ ਨਹੀਂ, ਉਹ ਨਹੀਂ ਇੱਥੇ ਵਾਇਬਲ ਹੈ ਨਾ। ਸੈਕਿੰਡ ਫਿਰ PAU ਗਿਆ, ਐਕਸਟੈਂਸ਼ਨ ਦੇ ਇੰਚਾਰਜ ਆ ਉੱਥੇ, ਉਹਨਾਂ ਨੂੰ ਮਿਲਿਆ। ਉਹਨਾਂ ਨੇ ਮੈਨੂੰ ਕੋਈ 70 ਤੋਂ 80 ਜਿਹੜੇ ਸੀ ਫਾਰਮਰ ਆਪਣੇ ਜਿਹੜੇ ਕੰਮ ਕਰ ਰਹੇ ਆ, ਵੀ ਕੋਈ ਕਿਸੇ ਨੇ ਚੱਕੀ ਲਾਈ ਹੋਈ ਆ ਆਪਣੀ, ਕੋਈ ਹਨੀ ਦਾ ਕਰ ਰਿਹਾ ਵਾ ਕੰਮ, ਕਿਸੇ ਨੇ ਹਲਦੀ ਦਾ ਪਲਾਂਟ ਸ਼ੁਰੂ ਕੀਤਾ ਹੋਇਆ ਵਾ। ਇਕੱਲੇ ਜਣੇ ਕੋਲ ਜਾ ਕੇ ਮਿਲਿਆ, ਉਹਨਾਂ ਕੋਲ ਉਹਦਾ ਰਿਵਿਊਜ਼ ਲਏ ਵੀ ਕੀ ਮੈਂ ਆਇਆ ਵਾਂ ਹੁਣ ਉੱਥੋਂ ਕੈਨੇਡਾ ਤੋਂ। ਉਹਨਾਂ ਦਾ ਇੱਕੋ ਹੀ ਗੱਲ ਸੀ ਉਹਨਾਂ ਦੇ ਮੂੰਹ ਦੇ ਵਿੱਚ ਵੀ ਤੂੰ ਯਾਰ ਪਿਛਦਾਈ ਬੰਦਾ ਵਾ, ਵੀ ਤੂੰ ਕੈਨੇਡਾ ਛੱਡ ਕੇ ਇੱਥੇ ਆ ਰਿਹਾ ਵਾ,
ਤੇ ਤੂੰ ਇਦਾਂ ਕਰ ਵੀ ਤੂੰ ਵਾਪਸ ਚਲਾ ਜਾ, ਅੱਛਾ ਵੀ ਉੱਥੇ ਚੰਗਾ ਵਾ, ਉੱਥੇ ਤੇ ਦਿਹਾੜੀ ਕਰਕੇ ਵੀ ਕੰਮ ਸਾਰ ਲੈਣਾ, ਇੱਥੇ ਕਿਸ ਚੀਜ਼ ਦਾ ਰੇਟ ਨਹੀਂ ਮਿਲਦਾ। ਕੰਜ਼ਿਊਮਰ ਇੰਨਾ ਸਿਆਣਾ ਨਹੀਂ ਹੈਗਾ ਵੀ ਤੁਹਾਨੂੰ ਉਹ ਚੰਗਾ ਰੇਟ ਭਰ ਕੇ ਚੰਗੀ ਚੀਜ਼ ਲਊਗਾ, ਨਹੀਂ ਲੈਂਦਾ। ਤੇ ਫਿਰ ਬਥੇਰਾ ਚੀਜ਼ਾਂ ਸਰਚ ਕਰਕੇ ਵੀ ਨਹੀਂ, ਫਿਰ ਫਾਈਨਲਾਈਜ਼ ਕੀਤਾ ਵੀ ਡੇਅਰੀ ਫਾਰਮਿੰਗ। ਇੱਕ ਮੈਂ ਡੇਅਰੀ ਫਾਰਮ ਤੇ ਗਿਆ। ਆਮ ਤੁਸੀਂ ਮੇਰੇ ਨਾਲ 100 ਦੇ ਵਿੱਚੋਂ 90% ਡੇਅਰੀ ਫਾਰਮਾਂ ਦੇ ਉਹ ਸਕਸੈਸਫੁਲ ਨਹੀਂ ਆ, ਬੰਦ ਕਰ ਦਿੰਦੇ ਛੇਤੀ। ਉਹਦਾ ਰੀਜ਼ਨ ਆ ਵੀ ਉਹ ਪਹਿਲਾਂ ਪਲਾਨ ਨਹੀਂ ਬਣਾਉਂਦੇ ਡੇਅਰੀ ਫਾਰਮ ਦਾ। ਤੇ ਪਹਿਲਾਂ ਅਸੀਂ ਡਿਜ਼ਾਈਨ ਕੀਤਾ ਸਾਰੇ ਦਾ। ਬੈਂਸਨ ਕੰਪਨੀ ਆ ਜਿਨ੍ਹਾਂ ਦੇ ਪੱਖੇ, ਜਿਨ੍ਹਾਂ ਦੇ ਫੌਗਿੰਗ ਸਿਸਟਮ ਜਾਂ ਪਾਰਲਰ ਲੱਗਾ ਹੋਇਆ ਵਾ ਸਾਰਾ ਹੀ, ਉਹਨਾਂ ਦਾ ਆਰਕੀਟੈਕਟ ਵੀਰ ਸੀ, ਉਹਨੂੰ ਸੱਦਿਆ ਪਹਿਲਾਂ ਇੱਥੇ ਵੀ ਤੁਸੀਂ ਆਓ, ਪਹਿਲਾਂ ਸਾਡੀ ਜਗ੍ਹਾ ਵੇਖੋ ਵੀ ਇੱਥੇ ਕੀ ਆ ਨਾ। ਫਿਰ ਅਸੀਂ ਫਾਈਨਲਾਈਜ਼ ਕੀਤਾ ਵੀ ਡੇਅਰੀ ਫਾਰਮਿੰਗ ਸ਼ੁਰੂ ਕਰਨੀ ਹੈ, ਡੇਅਰੀ ਫਾਰਮਿੰਗ ਕਰਨੀ। ਡੇਅਰੀ ਫਾਰਮ ਦਾ ਪਹਿਲਾਂ ਨਕਸ਼ਾ ਬਣਿਆ ਆਪਣਾ, ਫਿਰ ਉਹਦੀਆਂ ਜਿਹੜੀਆਂ ਕਮੀਆਂ ਸੀ ਫਾਰਮਰਸ ਦੇ ਉੱਪਰ, ਜਿੰਨੇ ਸਾਡੇ ਇਲਾਕੇ ਦੇ ਫਾਰਮਰਸ ਆ ਉਹਦੇ ਵਿੱਚ ਵੀ 90% ਬੰਦ ਕਰ ਚੁੱਕੇ ਆ। ਵੀ ਇੱਥੇ ਕਾਦੀਆਂ ਦੇ ਕੋਲ ਇੱਕ ਫਾਰਮ ਆ, ਕੋਈ ਉਹਨਾਂ ਕੋਲ 400 ਐਨੀਮਲਸ ਦੀ ਪ੍ਰੋਵੀਜ਼ਨ ਹੈਗੀ ਆ, ਪਰ ਉਹ ਬੰਦ ਕਰ ਰਹੇ ਆ। ਉਹ ਕਹਿੰਦੇ ਸਾਡਾ ਪੱਖਾ ਵੀ ਲਾ ਕੇ ਲੈ ਜਾਓ, ਸਾਡਾ ਪਾਰਲਰ ਵੀ ਲੈ ਜਾਓ। ਮਤਲਬ ਇਹੋ ਜਿਹੀ ਸਥਿਤੀ ਬਣੀ ਪਈ ਹੈ ਕਿਉਂਕਿ ਉਹਨਾਂ ਕੋਲ ਬਿਨਾਂ ਸੋਚੇ ਸਮਝੇ ਕੰਮ ਸ਼ੁਰੂ ਕਰ ਲਿਆ। ਛੋਟੇ ਸਕੇਲ ਤੋਂ ਸ਼ੁਰੂ ਕਰੋ, ਪਰ ਐਟਲੀਸਟ ਈਚ ਐਂਡ ਐਵਰੀਥਿੰਗ ਤੁਹਾਡੇ ਫਾਰਮ ਤੇ ਹੋਵੇ ਜਦੋਂ ਤੁਸੀਂ ਸ਼ੁਰੂ ਕਰਨੀ ਆ। ਤੇ ਇਹ ਇੱਕ ਇਹਦੇ ਨਾਲ ਇੱਕ ਹੋਰ ਦਿਲਚਸਪ ਜੀ ਗੱਲ ਇਹ ਆ ਵੀ ਮੈਂ ਮਹਿਕਮੇ ਕੋਲ ਚੱਲ ਗਿਆ, ਡੇਅਰੀ ਡਿਪਾਰਟਮੈਂਟ ਅੰਮ੍ਰਿਤਸਰ। ਉੱਥੇ ਜਾ ਕੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ, ਉਹ ਮੇਰੇ ਜਾਣੂ ਵੀ ਆ, ਤੇ ਮੈਂ ਅੰਕਲ ਫਾਰਮਿੰਗ ਸ਼ੁਰੂ ਕਰਨੀ ਹੈ, ਡੇਅਰੀ ਫਾਰਮਿੰਗ, ਤੇ ਮੇਰਾ ਮਤਲਬ ਬਜਟ ਜਿਹੜਾ ਵਾ ਆ ਵਾ ਵੀ 100 ਐਨੀਮਲਸ ਦਾ ਆਪਾਂ ਫਾਰਮ ਸ਼ੁਰੂ ਕਰਨਾ ਵਾ, ਤੇ ਇਹ ਇੰਨਾ ਕੀ ਰੱਖਣਾ, 100 ਐਨੀਮਲ ਤੋਂ ਵਧਾਉਣੇ ਨਹੀਂ ਆ। ਤੇ ਉਹਨਾਂ ਦਾ ਸ਼ਬਦ ਇਹ ਸੀ ਵੀ ਸ਼ਦਾਈ ਆ ਅੱਛਾ ਵੀ ਤੂੰ ਵਾਪਸ ਚਲਾ ਜਾ, ਉੱਥੇ ਵਧੀਆ ਵਾ, ਇੱਥੇ ਨਹੀਂ ਕੰਮ ਕਰਨ ਦਾ ਕੋਈ ਫਾਇਦਾ। ਡੇਅਰੀ ਡਿਪਾਰਟਮੈਂਟ ਦਾ ਇੰਚਾਰਜ, ਜਿਹਦੇ ਕੋਲ 4-5 ਜ਼ਿਲ੍ਹਿਆਂ ਨੂੰ ਮੈਨੇਜ ਕਰ ਰਿਹਾ, ਤੇ ਉਹ ਕਹਿ ਰਹੇ ਨੇ ਵੀ ਤੁਸੀਂ ਇਹ ਕੰਮ ਕਿਉਂ ਸ਼ੁਰੂ ਕਰ ਰਹੇ ਜੀ? ਤੇ ਜੇ ਸ਼ੁਰੂ ਕਰਨਾ ਵਾ, ਇੱਕ ਢਾਰਾ ਬਣਾਓ, 5 ਐਨੀਮਲ ਲਿਆਓ ਤੇ ਕੰਮ ਸ਼ੁਰੂ ਕਰ ਦਿਓ। ਹੁਣ ਜਿੱਦਾਂ ਆਮ ਅਸੀਂ ਘਰ ਬਣਾਉਂਦੇ ਆ, ਘਰ ਜਦੋਂ ਘਰ ਦੇ ਅੰਦਰ ਅਸੀਂ ਪ੍ਰਵੇਸ਼ ਨਹੀਂ ਕਰਦੇ ਜਿੰਨੇ ਚਿਰ ਏਸੀ ਨਹੀਂ ਲੱਗ ਜਾਂਦਾ, ਬੈੱਡ ਨਹੀਂ ਲੱਗ ਜਾਂਦੇ, ਤੇ ਅਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਕਿ ਗਾਵਾਂ ਸਾਨੂੰ ਸੁੱਖ ਦੇਣਗੀਆਂ ਜੇ ਇਹਨਾਂ ਨੂੰ ਸੁੱਖ ਨਹੀਂ ਦੇਵਾਂਗੇ ਆਪਾਂ। ਫਿਰ ਅਸੀਂ ਪਹਿਲਾਂ ਤਾਂ ਇਹਦੀ ਕੰਸਟਰਕਸ਼ਨ ਕੰਪਲੀਟ ਕੀਤੀ ਸਾਰੀ। ਵੀ ਸਾਡੇ ਫਾਰਮ ਤੇ ਇੱਕ ਐਨੀਮਲ ਨਹੀਂ ਸੀ ਆਇਆ, ਫੌਗਿੰਗ ਸਿਸਟਮ, ਇੱਕ ਨਹਾਉਣ ਵਾਸਤੇ ਜਗ੍ਹਾ ਬਣੀ ਹੋਈ ਹੈ ਸਾਡੇ ਪਾਰਲਰ ਦੇ ਵਿੱਚ ਵੇਟਿੰਗ ਏਰੀਆ 'ਚ, ਉਹ ਬਣਾਇਆ। ਜਿੰਨੇ ਵੀ ਸਰਦੀਆਂ ਦਾ ਟਾਈਮ ਸੀ ਪੱਖੇ ਪਹਿਲਾਂ ਲਾਏ, ਗਰਮੀਆਂ ਦੇ ਪ੍ਰਬੰਧ ਪਹਿਲਾਂ ਕਰਕੇ। ਵੀ ਫਿਰ ਮਿਲਕਿੰਗ ਦੇ ਵਿੱਚ ਆਮ ਫਾਰਮਰਸ ਨੂੰ ਮਿਲਕਿੰਗ ਦੀ ਪ੍ਰੋਬਲਮ ਆਉਂਦੀ ਬਹੁਤ ਵੱਡੀ, ਵੀ ਚਵਾਈ ਤੋਂ ਤੇ ਫਾਰਮ ਦੀ ਮੈਨੇਜਮੈਂਟ ਤੋਂ ਬੰਦੇ ਭੱਜ ਜਾਂਦੇ ਆ। ਜਿੰਨਾ ਲੇਬਰ ਲੈਸ ਬਣਾਵਾਂਗੇ ਉਹਨਾਂ ਇਹ ਫਾਰਮ ਵਾਇਬਲ ਵਾ, ਨਹੀਂ ਤੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਫਾਰਮ ਦੇ ਵਿੱਚ। ਇਹਦੇ ਆਮ ਫਾਰਮਰਸ ਦੇ ਐਨੀਮਲਸ ਹੋਣਗੇ 50-50 ਲੀਟਰ ਵਾਲੇ, ਪਰ ਉਹ ਫਿਰ ਵੀ ਕਹਿੰਦਾ ਵੀ ਮੈਂ ਛੱਡ ਦੇਣਾ ਵਾ, ਲੇਬਰ ਤੋਂ ਤੰਗ ਹੋ ਕੇ ਛੱਡ ਦੇਣਾ ਵਾ। ਹੁਣ ਜੇ ਤੁਸੀਂ ਸਿਸਟਮ ਚੰਗੇ ਲਾਏ ਹੋਏ ਆ, ਹੁਣ ਤੁਸੀਂ ਆ ਵੇਖੋ ਇਹ ਜਿਹੜੀ ਜਗ੍ਹਾ ਵਾ, ਇਹ ਕੋਈ 29 ਤੋਂ 30 ਫੁੱਟ ਇਹਦੀ ਹਾਈਟ ਆ। ਕਿੰਨੇ ਜਣਿਆਂ ਨਾਲ ਮੈਨੇਜ ਕਰ ਲੈਂਦੇ ਤੁਸੀਂ? 2 ਜਣੇ ਬੰਦੇ, 2 ਜਣੇ ਮੈਨੇਜ ਕਰਦੇ ਆ। ਅੱਛਾ, ਇੱਕ ਮੈਨੇਜਰ ਆ ਮੁੰਡਾ, ਅੱਛਾ, ਉਹ ਮੈਨੇਜਰ ਨਾਲ, ਉਹਦੇ ਕੋਲ ਐਕਸਪੀਰੀਅੰਸ ਵੀ ਹੈਗਾ ਵਾ ਵੈਟਰਨਰੀ ਦਾ। ਅੱਛਾ, ਤੇ ਸਾਰੀ ਮੈਨੇਜਮੈਂਟ ਜਿੰਨੀ ਵੀ ਆ, ਚਵਾਈ ਤੋਂ ਲੈ ਕੇ ਬੱਚਿਆਂ ਦੀ ਵੈਕਸੀਨੇਸ਼ਨ ਤੋਂ ਲੈ ਕੇ ਸਾਰਾ। ਦੁੱਧ ਵਾਲੇ ਕਿੰਨੇ ਪਸ਼ੂ ਹੈਗੇ? ਦੁੱਧ ਵਾਲੇ ਹੁਣ ਐਟ ਪ੍ਰੈਜ਼ੈਂਟ ਹੈਗੇ 32। ਅੱਛਾ, ਹਾਂਜੀ। ਤੇ ਨੈਕਸਟ ਈਅਰ ਹੁਣ ਜਿਹੜਾ ਅਗਲਾ ਸੂਆ, ਸਾਡੀਆਂ ਬੱਚੀਆਂ ਸਾਰੀਆਂ ਪਿੱਛੇ ਅੱਛਾ, ਇਹ ਆ ਰਹੀਆਂ, ਕੋਈ 46 ਦੇ ਲੱਗ ਸਕੇ ਨੈਕਸਟ ਈਅਰ ਹੋਣਗੇ। ਤੇ ਹੁਣ ਉਹ ਸਿਸਟਮ ਦੀ ਗੱਲ ਆ। ਹੁਣ ਆ ਤੁਸੀਂ ਵੇਖ ਰਹੇ ਹੋ ਗੋਹਾ ਭਾਵੇਂ ਪਿਆ ਹੋਇਆ ਵਾ, ਇਹ ਸਕ੍ਰੈਪਰ ਆ, ਟਰੈਕਟਰ ਦੇ ਪਿੱਛੇ ਪਾ ਕੇ ਆਪਾਂ ਇਹਨੂੰ ਉਸੇ ਵੇਲੇ ਸਾਈਡ ਤੇ ਕਰ ਦਿੰਦੇ ਆ। ਅੱਛਾ, ਬੰਦੇ ਭੱਜਦੇ ਆ ਗੋਹਾ ਚੁੱਕਣ ਤੋਂ। ਜੇ ਗੋਹੇ ਦਾ ਚੁੱਕਣ ਦਾ ਸੌਖਾ ਸਿਸਟਮ ਆ ਤੇ ਕੋਈ ਪ੍ਰੋਬਲਮ ਨਹੀਂ ਆ। ਹੁਣ ਟੈਂਕੀਆਂ ਵਾ ਪਾਣੀ ਵਾਲੀਆਂ, ਉਹਦੇ ਵਿੱਚ ਆਟੋਮੈਟਿਕ ਫਿਲਰ ਲੱਗੇ ਹੋਏ ਆ। ਅੱਛਾ, ਇੱਥੇ ਭਰਨ ਦੀ ਨਹੀਂ ਲੋੜ ਵੀ ਗੇਟ ਵੱਲ ਫੜ ਕੇ ਖਲੋਤੇ ਰਹੋ ਜਾਂ ਗਾਵਾਂ ਨੂੰ ਪਾਣੀ ਪਾਉਣਾ। ਤੇ ਫਿਰ ਜਦੋਂ ਮਿਲਕਿੰਗ ਦੀ ਗੱਲ ਚੱਲੀ ਨਾ ਵੀ ਮਿਲਕਿੰਗ ਕਿੱਥੇ ਕਰਾਂਗੇ, ਸਾਰਿਆਂ ਨੇ ਇਹ ਸਲਾਹ ਦਿੱਤੀ ਵੀ ਯਾਰ ਇੱਕ ਛੋਟੀ ਜਿਹੀ ਮਸ਼ੀਨ ਆਉਂਦੀ ਆ, ਸਿੰਗਲ ਗਾਂ ਨੂੰ ਚੋਈਦਾ ਵਾ, ਤੇ ਤੁਸੀਂ ਉਹ ਲੈ ਆਓ ਨਾ। ਹੁਣ 40 ਗਾਵਾਂ ਨੂੰ ਸਿੰਗਲ ਮਸ਼ੀਨ ਨਾਲ ਚੋਣਾ ਸੌਖੀ ਗੱਲ ਨਹੀਂ। ਤੇ ਇਹ ਪਾਰਲਰ ਦੀ ਇਨਵੈਸਟਮੈਂਟ ਤੇ ਬਹੁਤ ਸੀ, ਪਹਿਲੇ ਸਾਲ ਹੀ 9-10 ਲੱਖ ਰੁਪਇਆ ਇਕੱਲੇ ਮਿਲਕਿੰਗ ਏਰੀਏ ਤੇ ਇਨਵੈਸਟ ਕਰਤਾ, ਤੇ ਗਾਵਾਂ ਸਾਡੀਆਂ ਸਿਰਫ 10। ਅੱਛਾ, ਤੇ ਇਹ ਅੱਜ ਤੋਂ 1.25 ਸਾਲ ਪਹਿਲਾਂ ਫਾਰਮ ਸ਼ੁਰੂ ਕੀਤਾ, ਤੇ ਅੱਜ ਦੀ ਡੇਟ 'ਚ ਹੁਣ 32 ਐਨੀਮਲ ਮਿਲਕਿੰਗ ਆ, ਤੇ ਟੋਟਲ 72 ਐਨੀਮਲਸ ਆ, ਬੱਚੇ ਪਾ ਕੇ, ਵੱਛੀਆਂ ਪਾ ਕੇ। ਤੇ ਪਰ ਇੱਕ ਗੱਲ ਹੈਗੀ ਆ ਵੀ ਇਹ ਕੋਈ ਸਲਾਹ ਕਰਨੀ ਚੰਗਾ ਮਿਲਦਾ ਜਦੋਂ ਫਾਰਮ ਸ਼ੁਰੂ ਕਰਦੇ। 3-4 ਫੈਮਲੀਜ਼ ਆ ਜਿਨ੍ਹਾਂ ਨਾਲ ਅਸੀਂ ਜੁੜੇ ਹੋਏ ਆ, ਜਿਹੜੇ ਫਾਰਮਰਸ ਵੀ ਆ ਨਾਲ, ਤੇ ਨਾਲ ਉਹਨਾਂ ਦਾ ਬੈਕਗ੍ਰਾਉਂਡ ਵੀ ਸਾਡੇ ਵਾਲਾ ਹੀ ਆ, ਕਿ ਸਾਡਾ ਚੰਗਾ ਸੋਚਦੇ ਆ। ਉਹਨਾਂ ਨੇ ਸਾਨੂੰ ਕੋਈ ਕਦੀ ਮਾੜੀ ਸਲਾਹ ਨਹੀਂ ਦਿੱਤੀ। ਇੱਕ ਬਟਾਲੇ ਤੋਂ ਮਨਵੀਰ ਸਿੰਘ ਆ,
ਇੱਕ ਬਾਸਰ ਕੇ ਪਿੰਡ ਵਾ, ਉੱਥੋਂ ਭਾਜੀ ਮਿੱਠੂ ਆ, ਉਹਨਾਂ ਜਦੋਂ ਦੇਣੀ ਚੰਗੀ ਸਲਾਹ ਦੇਣੀ, ਪਰ ਮੋਸਟਲੀ 90% ਸਲਾਹਕਾਰ ਜਿਹੜੇ ਆ ਨੈਗੇਟਿਵ ਗੱਲ ਕਰਨਗੇ। ਇਹਦੇ ਵਿੱਚ ਤੁਸੀਂ ਇਹ ਵੀ ਸਮਝਦੇ ਆ ਕਿ ਇਹ ਜਿਹੜਾ ਹੁਣ ਇਹ ਆਪਣਾ ਵੱਡਾ ਫਾਰਮ ਹੈਗਾ, ਇਹ ਆਪਣਾ ਪੁਰਾਣੇ ਸਟਾਈਲ ਦਾ ਤਾਂ ਹੈ ਨਹੀਂ। ਹਾਂਜੀ ਹਾਂਜੀ ਇਹ ਤਾਂ ਮਤਲਬ ਆਪਾਂ ਬਾਹਰੋਂ ਸਿੱਖਿਆ ਹੈ ਨਾ, ਫਿਰ ਉਹਦੇ ਵਿੱਚ ਬੰਦਿਆਂ ਦਾ ਤਜਰਬਾ ਘੱਟ ਹੁੰਦਾ, ਜਿਹਦੇ ਕਰਕੇ ਇਹਨਾਂ ਦੀ ਇੰਪਲੀਮੈਂਟੇਸ਼ਨ ਦੀ ਪ੍ਰੋਬਲਮ ਆਉਂਦੀ, ਜਿਹਦੇ ਕਰਕੇ ਉਹਨਾਂ ਨੂੰ ਫੇਲ ਹੁੰਦਾ ਹੈ। ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ, ਹੁਣ ਵੇਖੋ ਮੇਰਾ ਕੋਈ ਐਕਸਪੀਰੀਅੰਸ ਨਹੀਂ ਹੈਗਾ, ਭਾਵੇਂ ਘਰਾਂ 'ਚ ਸ਼ੁਰੂ ਤੋਂ ਰੱਖਦੇ ਆ ਰਹੇ ਆ, ਐਕਸਪੀਰੀਅੰਸ ਨਹੀਂ ਹੈਗਾ ਵੀ ਮੈਂ ਇਹਨਾਂ ਦੀ AI ਕਦੋਂ ਕਰਨੀ ਆ, ਇਹਨਾਂ ਦੇ ਡਰਾਈ ਡੇਟ ਕਿਹੜੀ ਆ, ਤੇ ਕਿੰਨੇ ਚਿਰ 'ਚ ਸੁਕਾਉਣਾ ਵਾ ਇਹਨਾਂ ਨੂੰ, ਬੱਚਿਆਂ ਦੀ ਕੀ ਫੀਡ ਹੋਣੀ ਚਾਹੀਦੀ ਆ, ਸਾਰਾ। ਆਮ ਕਿਸੇ ਬੰਦੇ ਨਾਲ ਸਲਾਹ ਕਰੋਗੇ ਨਾ, ਤੇ ਉਹ ਕਹਿੰਦੇ ਆ ਵੀ ਤੁਸੀਂ ਪਹਿਲਾਂ ਕੋਸ਼ਿਸ਼ ਕਰੋ ਆਪ ਚਲਾਓ, ਫਿਰ ਕੋਈ ਮੈਨੇਜਰ ਜਾਂ ਡਾਕਟਰ ਰੱਖਾਂਗੇ। ਅਸੀਂ ਪਹਿਲੇ ਦਿਨ ਡਾਕਟਰ ਹਾਇਰ ਕੀਤਾ, ਉਹਦੀ ਚੰਗੀ ਪੇ ਕਰ ਰਹੇ ਆ, ਮੈਨੇਜਰ ਆ ਉਹ ਫਾਰਮ ਦਾ, ਉਹਦੇ ਕੋਲ ਕੋਈ 5-6 ਸਾਲ ਦਾ ਐਕਸਪੀਰੀਅੰਸ ਵੀ ਆ। ਉਤੋਂ ਗੜਵਾਸੂ ਦੇ ਕੁਝ ਜਿਹੜੇ ਡਾਕਟਰਸ ਆ ਉਹਨਾਂ ਨਾਲ ਸਾਡਾ ਲਿੰਕਡ ਆ, ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਉਹਨਾਂ ਨਾਲ ਸੰਪਰਕ ਕਰੀਦਾ ਵਾ। ਪਰ ਅਸੀਂ ਜੇ ਪਹਿਲੇ ਦਿਨ ਤੋਂ ਹੀ ਮੈਨੇਜਰ ਨੂੰ ਜੇ ਐਕਸਟਰਾ ਪੇ ਕਰ ਰਹੇ ਆ ਨਾ, ਉਸ ਵਰਥ ਇਟ ਆ, ਕਿਉਂਕਿ ਸਾਨੂੰ ਨੌਲੇਜ ਨਹੀਂ ਹੈਗੀ। ਤੇ MRs ਆਉਂਦੇ ਆ, ਸਿਖਾ ਕੇ ਜਾਂਦੇ ਆ। ਇੱਥੇ ਅੰਕਲ ਆ ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਔਲਖ ਜਿਹੜੇ ਹੁਣ ਮੌਜੂਦਾ, ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ। ਇੱਥੇ ਡਾਕਟਰ ਰੰਧਾਵਾ ਸਾਹਿਬ ਆ, ਇੱਥੇ ਸਾਡੇ VO ਰਹੇ ਆ, ਇੱਥੇ ਮੁੜ ਕੇ ਡਿਪਟੀ ਡਾਇਰੈਕਟਰ ਰਿਟਾਇਰ ਹੋਏ। ਸਾਡੇ ਇਲਾਕੇ ਨੂੰ ਉਹਨਾਂ ਨੇ ਹੈਲਪ ਕਾਫੀ ਕੀਤੀ ਸਾਡੀ, ਵੀ ਇੱਥੇ ਕਿੱਦਾਂ ਸਟੈਪ ਬਾਈ ਸਟੈਪ। ਲੱਗਦਾ ਵੀ ਲੈਕ ਆਫ ਨੌਲੇਜ ਕਰਕੇ ਫੇਲਿਅਰ ਹੋ ਰਿਹਾ ਹੈ? ਨਹੀਂ, ਲੈਕ ਆਫ ਮਸ਼ੀਨਰੀ ਮੈਂ ਕਹਿ ਸਕਦਾ। ਹੁਣ ਤੁਹਾਡਾ ਇੱਥੇ ਯਾਨੀ ਕਿ ਫਾਡਰ ਤੋਂ ਲੈ ਕੇ ਮਿਲਕਿੰਗ ਤੋਂ ਲੈ ਕੇ ਸਾਰਾ ਗੋਹਾ ਚੱਕਣ ਤੱਕ ਸਾਰਾ ਹੀ ਮੈਕਨਾਈਜ਼ਡ? ਨਹੀਂ, ਸਾਰਾ ਨਹੀਂ ਮੈਕਨਾਈਜ਼ਡ, ਸਾਰਾ ਕਰਨਾ ਵੀ ਨਹੀਂ ਚਾਹੀਦਾ ਪਹਿਲੇ ਸਾਲ। ਅੱਛਾ, ਇਨਵੈਸਟਮੈਂਟ ਉਹ ਕਰੀ ਜਿਹੜੀ ਨੈਸੈਸਿਟੀ ਆ। ਪੱਠਾ ਪਾਉਣਾ 100 ਐਨੀਮਲ ਤੱਕ ਨੈਸੈਸਿਟੀ ਨਹੀਂ ਆ ਵੀ ਤੁਸੀਂ TMR ਆਉਂਦੀ ਆ, TMR ਵੈਗਨ ਕਹਿੰਦੇ ਉਹਨੂੰ, ਜਿਹਦੇ ਚ ਪੱਠਾ ਮਿਕਸ ਕਰੀਦਾ। 100 ਐਨੀਮਲ ਤੋਂ ਪਹਿਲਾਂ ਨਹੀਂ, ਉਹ ਵਾਈਬਲ ਨਹੀਂ ਆ, ਇਕਨੋਮਿਕਲੀ ਨਹੀਂ ਸਹੀ ਤੁਹਾਡੇ ਵਾਸਤੇ। ਅੱਛਾ, ਇਹ ਤੁਸੀਂ ਵੇਖ ਰਹੇ ਜੇ ਵੀ ਇੱਥੇ ਹੁਣ ਇਹ ਮਿਕਸ ਹੋਇਆ ਪਿਆ ਵਾ, ਗੋਆ ਤੇ ਰੇਤ ਮਿਕਸ ਹੋਈ ਹੈ ਸਾਰੀ, ਹੈ ਨਾ। ਇੱਥੇ ਕਿਊਬਿਕਲਸ ਲੱਗ ਸਕਦੇ ਆ, ਉਹ ਇਨਵੈਸਟਮੈਂਟ ਆ ਇੱਕ, ਪਰ ਉਹ ਆਪਾਂ ਨਹੀਂ ਕੀਤੀ ਕਿਉਂਕਿ ਹਜੇ ਲੋੜ ਨਹੀਂ ਆ। ਇਕਨੋਮਿਕਲੀ ਹਜੇ ਆਪਾਂ ਉਹਨੂੰ ਲਾਵਾਂਗੇ ਤੇ ਨੁਕਸਾਨ ਹੋਊਗਾ। ਜਿਹੜੇ ਨੈਸੈਸਿਟੀ ਆ ਉਹ ਹੈਗੇ ਗਾਵਾਂ ਦਾ ਸੁੱਖ। ਕਿਸ ਚੀਜ਼ ਦੇ ਨਾਲ? ਗਾਵਾਂ ਦਾ ਸੁੱਖ ਸਾਡਾ ਪਾਰਲਰ ਦੇ ਨਾਲ। ਹੁਣ ਆਪਾਂ ਉਧਰ ਨੂੰ ਚੱਲਦੇ ਆ, ਤੁਹਾਨੂੰ ਵਿਖਾਉਂਦਾ। ਉਹਨਾਂ ਦਾ ਹੁਣ ਹੈਗਾ ਵਾ ਟਾਈਮ, ਵੇਟਿੰਗ ਏਰੀਆ ਚੱਲ ਗਏ ਆ, ਐਨੀਮਲਸ ਨਹਾ ਰਹੇ ਆ ਹੁਣ ਉੱਥੇ। ਉਹਨਾਂ ਠੰਡੇ ਹੋ ਗਏ ਹੋਣਾ, ਉਹਨਾਂ ਦੀ ਜਿਹੜੀ ਆ ਇਨਟੇਕ ਨਹੀਂ ਘਟਣੀ, ਪੱਠਾ ਉਹਨਾਂ ਦਾ ਪੂਰਾ ਖਾਣਾ, ਡਰਾਈ ਮੈਟਰ ਉਹਨਾਂ ਦਾ ਪੂਰਾ ਹੋ ਜਾਣਾ, ਤੇ ਦੁੱਧ ਨਹੀਂ ਘਟੂਗਾ ਗਰਮੀਆਂ 'ਚ। ਆਮ ਉੱਥੇ ਹੁਣ ਤੁਸੀਂ ਵੇਖੋਗੇ ਵੀ ਫਾਰਮਰਸ ਕਹਿੰਦੇ ਆ ਵੀ ਗਰਮੀਆਂ 'ਚ ਦੁੱਧ ਉੱਡ ਗਿਆ ਜੀ। ਵੀ ਸਾਡਾ ਕੋਈ 150 ਕਿਲੋ ਓਵਰਆਲ ਘਟਿਆ ਹੋਣਾ ਸਾਰਾ ਹੀ, ਪਰ ਸਾਡੀਆਂ 9 ਤੋਂ 10 ਗਾਵਾਂ ਵੀ ਡਰਾਈ ਹੋ ਗਈਆਂ ਵਾ, ਫਿਰ ਵੀ ਸਾਡਾ ਜਿਹੜਾ ਵਾ ਦੁੱਧ ਮੇਨਟੇਨਡ ਆ। ਤੇ ਮੈਂ ਐਟ ਪ੍ਰੈਜ਼ੈਂਟ ਹੁੰਦੀ ਆ ਵੀ ਜਦੋਂ ਵੀ ਗਰਮੀ ਜਿੱਦਾਂ ਟੈਂਪਰੇਚਰ ਵਧਣ ਲੱਗ ਉਸੇ ਵੇਲੇ ਹੁਣ ਇੱਥੇ ਸੈਂਸਰ ਵੀ, ਇਹ ਆੜਾ ਸਿਸਟਮ, ਫੌਗਿੰਗ ਸਿਸਟਮ ਆ ਨਾ, ਇਹ ਸੈਂਸਰ ਲੱਗੇ ਹੋਏ ਇਹਦੇ। ਅੱਛਾ, ਜਦੋਂ ਹਿਊਮਿਡਿਟੀ ਅਪ ਹੋ ਜਾਂਦੀ ਆ, ਫਿਰ ਫੌਗਰ ਨਹੀਂ ਚੱਲਣੇ, ਫਿਰ ਇਕੱਲੇ ਪੱਖੇ ਚੱਲਣੇ ਆ। ਅੱਛਾ, ਤੇ ਜਦੋਂ ਆਪਾਂ ਦੇਖੀ ਚੱਲਦੇ ਚਲੀਏ। ਹਾਂਜੀ, ਆਜੋ ਉਧਰ ਚੱਲਦੇ ਆਪਾਂ। ਫੌਗਿੰਗ ਸਿਸਟਮ ਲੱਗੀ ਹੋਈ ਆ, ਪਰ ਆਪਾਂ ਲਾਈ ਸਿਰਫ ਤੇ ਸਿਰਫ ਜਿਹੜੇ ਮਿਲਕਿੰਗ ਐਨੀਮਲਸ ਆ ਉਹਨਾਂ ਤੇ ਆ। ਠੀਕ ਹੈ, ਵੀ ਲਾਉਣ ਨੂੰ ਅਸੀਂ ਸਾਰੇ ਫਾਰਮ ਦੇ ਵਿੱਚ ਵੀ ਲਾ ਸਕਦੇ ਸੀ। ਫਿਰ ਗੱਲ ਆ ਜਾਂਦੀ ਇਕਨੋਮਿਕਸ ਦੀ ਇੱਥੇ। ਇਹ ਜਦੋਂ ਅਸੀਂ ਆਏ ਆ, ਜਦੋਂ ਗਾਵਾਂ ਇੱਥੇ ਸੀਗੀਆਂ ਉਦੋਂ ਚੱਲਦੇ ਸੀ, ਉਦੋਂ ਚੱਲਦੇ। ਹਾਂਜੀ, ਹੁਣ ਉਹ ਫਿਰ ਇੱਕ ਉਹਨੇ ਆਟੋਮੈਟਿਕ ਵਾਲਾ ਸਵਿਚ ਬੰਦ ਕਰਤਾ। ਜਦੋਂ ਇੱਥੇ ਆ ਗਏ ਅੰਦਰ, ਉੱਥੇ ਇੱਕ ਸੈਂਸਰ ਮੀਟਰ ਵੀ ਲੱਗਾ ਹੋਇਆ ਵਾ। ਅੱਛਾ, ਹਿਊਮਿਡਿਟੀ ਸੈਂਸਰ ਮੀਟਰ, ਆਪਾਂ ਉਹਨੂੰ ਵੇਖ ਕੇ ਕਿੰਨੀ ਹਿਊਮਿਡਿਟੀ ਹੋ ਗਈ ਆ, ਉਸ ਨੂੰ ਫੌਗਿੰਗ ਦੀ ਲੋੜ ਵਾ ਕਿ ਨਹੀਂ ਲੋੜ। ਹਿਊਮਿਡਿਟੀ ਵੱਧ ਜਾਂਦੀ ਹੈ ਨਹੀਂ, ਗਾਵਾਂ ਸਾਹ ਨਹੀਂ ਲੈ ਸਕਦੀਆਂ। ਸਾਰੀ ਗੱਲ ਉਹਦੇ ਨਾਲ ਬੂਟਿਆਂ ਨਾਲ ਆ ਗਈ ਨਾ, ਕੱਲੀ ਹਿਊਮਸ ਜਿੰਨਾ ਝੋਨਾ ਲੱਗਣ ਡਿਆ ਵਾ, ਹਿਊਮਸ ਵਧੀ, ਉਹ ਸਾਨੂੰ ਇੱਥੇ ਵੀ ਪ੍ਰੋਬਲਮ ਆਉਣੀ ਉਸ ਚੀਜ਼ ਦੀ। ਐਨੀਮਲ ਸਾਹ ਨਹੀਂ ਲੈ ਸਕਦੇ ਤੇ ਦੁੱਧ ਕੀ ਦੇਣਾ ਉਹਨਾਂ ਨੇ। ਜਦੋਂ ਉਹਨਾਂ ਦੀ ਹਿਊਮਿਡਿਟੀ ਵੱਧਦੀ ਆ, ਉਹਨਾਂ ਦੀ ਇਨਟੇਕ ਘਟ ਜਾਂਦੀ ਆ, ਸਾਹ ਲੈਣ ਦੀ ਉਹਨਾਂ ਦੀ ਕੈਪੈਸਿਟੀ। ਤੁਸੀਂ ਵੇਖੋ ਜਗਾਲੀ ਕਰਦੀਆਂ ਨਾ ਗਾਵਾਂ, ਉਹ ਜਗਾਲੀ ਨਹੀਂ ਕਰ ਸਕਦੀਆਂ, ਬੈਠੀਆਂ ਹਫਲੀ ਜਾਂਦੀਆਂ ਵੀ ਗਰਮੀ ਬਹੁਤ ਆ। ਜਗਾਲੀ ਕੀਤੀ ਤਾਂ ਦੁੱਧ ਦੇਣਾ, ਜਗਾਲੀ ਨਹੀਂ ਕੀਤੀ ਦੁੱਧ ਨਹੀਂ। ਹੁਣ ਵੇਖੋ ਲਾਈਨ 'ਚ ਇਹਨਾਂ ਨੇ ਤੁਰੇ ਜਾਣਾ, ਪਤਾ ਵਾ ਵੀ ਨਹਾਉਣ ਦਾ ਟਾਈਮ ਹੋ ਗਿਆ ਇਹਨਾਂ ਦਾ। ਅੱਛਾ, ਹਾਂਜੀ। ਤੇ ਮਤਲਬ ਆਮ ਹਰ ਫਾਰਮਰ ਨੂੰ ਉਹਦਾ ਇਹ ਇਨਵੈਸਟਮੈਂਟ ਤੇ ਹੈ ਜ਼ਰੂਰ, ਪਰ ਇਹ ਲਾਜ਼ਮੀ ਇਨਵੈਸਟਮੈਂਟ ਆ। ਹੁਣ ਵੇਟਿੰਗ ਏਰੀਆ ਦੇ ਵਿੱਚ ਇਹ ਸਪ੍ਰਿੰਕਲਰ ਸਿਸਟਮ ਆ ਗਿਆ। ਉਹ ਫੌਗਿੰਗ ਸੀ, ਉਹ এনवायरमेंट ਕਰਦੇ, ਚਿੱਕੜ ਨਹੀਂ ਕਰਦੇ, ਉਹਨੇ এনवायरमेंट ਠੰਡਾ ਕਰਨਾ। ਇੱਥੇ ਗਾਵਾਂ ਠੰਡੀਆਂ ਕਰਨੀਆਂ। ਕਿੱਦਾਂ ਆਪਣੇ ਪਹਿਲਾਂ ਛੱਪੜਾਂ 'ਚ ਲੈ ਕੇ ਜਾਂਦੇ। ਹਾਂਜੀ।
ਦਿਨ ਦੇ ਵਿੱਚ 3 ਵਾਰੀ ਹੁਣ ਇੱਥੇ ਇਹਨਾਂ ਨੇ ਕਿੰਨੀਆਂ ਕੁ ਗਾਵਾਂ ਖੜ ਜਾਂਦੀਆਂ ਇੰਨੇ ਕੁ ਏਰੀਏ ਦੇ ਵਿੱਚ? ਇਹਦੇ ਵਿੱਚ ਟੋਟਲ ਜਿਹੜੀਆਂ ਵਾ 42 ਖਲੋ ਸਕਦੀਆਂ, ਠੀਕ ਹੈ। ਕਿਉਂਕਿ ਸਾਡੇ ਪੈਨ ਸਿਸਟਮ ਆ ਨਾ। 20 30 ਹੈ, ਕਿੰਨਾ ਕੁ ਏਰੀਆ ਹੁਣ? ਇਹ ਵਾਲਾ ਏਰੀਆ ਹੈਗਾ ਜੇ ਕੋਈ ਸਾਡਾ 42 ਬਾਈ 28 ਸਮਥਿੰਗ। ਇੰਨੇ 42 ਖੜ ਜਾਂਦੇ। ਹਾਂਜੀ ਹਾਂਜੀ, ਕਿਉਂਕਿ ਉਹਦਾ ਪੈਨ ਸਿਸਟਮ ਆ ਨਾ, ਜਿੱਦਾਂ 2 ਪੈਨ ਦੇ ਵਿੱਚ ਜੇ 13 ਗਾਵਾਂ ਖਲੋਂਦੀਆਂ, 13 ਤੇ 13 26 ਐਨੀਮਲ ਆਪਾਂ ਵਾਰੀ ਲੈ ਆਉਣੇ ਫਿਰ। ਠੀਕ ਹੈ। ਉਹ ਉਦੋਂ ਦੇ ਕੰਪਾਰਟਮੈਂਟ ਬਣਾਏ? ਹਾਂਜੀ ਹਾਂਜੀ, ਪੈਨ ਸਿਸਟਮ ਬਣੇ ਆ ਵੀ ਦੁੱਧ ਦੀ ਵੰਡ ਕਰਕੇ। ਅੱਛਾ। ਮੈਂ ਇੱਕ ਵਾਰੀ ਤੁਹਾਨੂੰ ਪੈਨ ਸਿਸਟਮ ਵੀ ਵਿਖਾ ਕੇ ਲਿਆਉਣਾ ਸਾਰਾ। ਇਧਰੋਂ ਜਾਣਾ ਆ ਦੁੱਧ ਵਾਲਾ ਦੇਖ। ਹੁਣ ਆ ਵੇਖੋ ਤੁਸੀਂ, ਹੁਣ ਸਾਰੀਆਂ ਗਾਵਾਂ ਜਿਹੜੀਆਂ ਨਾ ਖੁਸ਼ ਹੋ ਕੇ ਖਲੋਤੀਆਂ ਇੱਥੇ। ਹੁਣ ਤੁਸੀਂ ਵੇਖੋ ਵੀ ਕਿੱਡੇ ਨਜ਼ਾਰੇ ਨੇ, ਕਿਤੇ ਹਿਲਣਾ ਨਹੀਂ ਕਿਸੇ ਗਾਂ ਨੇ। ਜਦੋਂ 1 ਘੰਟਾ ਇਹ ਇੱਥੇ ਰਹਿ ਗਈਆਂ, 1 ਘੰਟਾ ਇਹ ਰੱਖਦੇ ਆ। ਅੱਛਾ। ਹੁਣ 20 ਮਿੰਟ ਦੋਵੇਂ ਪੱਖੇ ਤੇ ਇਕੱਠਾ ਚੱਲਣਾ, ਫਿਰ ਸਾਡਾ ਪੱਖਾ ਬੰਦ ਹੋ ਜਾਣਾ, ਕੱਲਾ ਸਪ੍ਰਿੰਕਲਰ ਸਿਸਟਮ ਚੱਲਣਾ 15 ਮਿੰਟ। ਠੀਕ ਹੈ। ਜਦੋਂ ਗਿੱਲੀਆਂ ਸਾਰੀਆਂ ਹੋ ਗਈਆਂ ਫਿਰ 20 ਤੋਂ 25 ਮਿੰਟ ਆਪਣਾ ਚੱਲਣਾ ਫੈਨ ਚੱਲਣਾ। ਅੱਛਾ। ਜਦੋਂ ਪੂਰੀਆਂ ਠੰਡੀਆਂ ਹੋ ਗਈਆਂ ਫਿਰ ਜਾ ਕੇ ਇਹਨਾਂ ਨੇ ਕਹਿਣਾ ਵੀ ਪਹਿਲਾਂ ਬੈਠੀਆਂ ਸੀ ਗਰਮੀ ਕਰਕੇ, ਹੁਣ ਜਾ ਕੇ ਇਹਨਾਂ ਨੇ ਸਿੱਧਾ ਪੱਠਿਆਂ ਵੱਲ ਜਾਣਾ। ਅੱਛਾ। ਇਨਟੇਕ ਵੱਧ ਗਈ, ਪੱਠਾ ਨਹੀਂ ਗਾਵਾਂ ਨੇ ਖਾਂਦੀਆਂ। ਤੇ ਹੁਣ ਆਮ ਫਾਰਮ ਤੇ ਤੁਸੀਂ ਵੇਖੋਗੇ ਵੀ ਜਿੱਥੇ ਕੋਈ ਗਰਮੀ ਦੇ ਪ੍ਰੋਪਰ ਪ੍ਰਬੰਧ ਨਹੀਂ ਹੈਗੇ, ਸਾਈਲੇਜ ਆਮ ਪੈਂਦਾ ਵਾ ਇੱਕ ਐਨੀਮਲ ਨੂੰ 30 ਕਿਲੋ, ਉਹ ਇਨਟੇਕ ਜਿਹੜੀ ਉਹ 20 21 22 ਤੇ ਲੱਗ ਛਾਗੇ ਰਹਿ ਜਾਂਦੀ ਹੈ। ਸਾਡਾ ਹਜੇ ਵੀ 29 ਤੋਂ 30 ਕਿਲੋ ਸਾਈਲੇਜ ਖਾ ਰਹੀਆਂ ਵਾ ਗਰਮੀ ਦੇ ਬਾਵਜੂਦ ਵੀ। ਉਹਦਾ ਰੀਜ਼ਨ ਇਹੋ ਹੀ ਆ ਵੀ ਠੰਡੀਆਂ ਰਹਿੰਦੀਆਂ, ਗਰਮੀ ਨਹੀਂ ਮਹਿਸੂਸ ਕਰਨੀ। ਤੇ ਚਵਾਈ ਤੇ ਜਾਣ ਤੋਂ ਪਹਿਲਾਂ ਵੀ ਸਵੇਰੇ ਵੀ ਤੇ ਸ਼ਾਮ ਵੀ, ਗਰਮੀਆਂ ਦੇ ਟਾਈਮ ਆ ਜਿਹੜੇ 2 ਮਹੀਨੇ ਇੱਥੇ ਇਹਨਾਂ ਨੂੰ ਠੰਡਿਆਂ ਕਰਕੇ ਹੀ ਇਹਨਾਂ ਨੇ ਚਵਾਈ ਤੇ ਜਾਣਾ। ਚਵਾਈ ਸਾਰੀ ਮੈਕਨਾਈਜ਼ਡ? ਹਾਂਜੀ। ਇਹ ਹਫਤੇ 'ਚ ਇੱਕ ਵਾਰੀ ਇੱਥੇ ਗਾਵਾਂ ਦੇ ਜਿਹੜੇ ਵੀ ਹੂਫਸ ਦੀ ਕੇਅਰ ਵਾਸਤੇ, ਮਤਲਬ ਪੈਰਾਂ ਦੀ, ਖੁਰਾਂ ਦੀ, ਇਹ ਹਫਤੇ ਦੇ ਵਿੱਚ 2 ਦਿਨ ਲਗਾਤਾਰ ਇੱਥੇ ਇਹਦੇ ਵਿੱਚੋਂ ਲੰਘ ਕੇ ਜਾਂਦੀਆਂ। ਅੱਛਾ। ਹਾਂਜੀ। ਲਾਲ ਦਵਾਈ ਜਿਹਨੂੰ ਕਹਿੰਦੇ ਪੋਟਾਸ਼ੀਅਮ, ਉਹ ਪਾ ਕੇ ਉਹਦੇ ਨਾਲ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਂਦੀ ਪੈਰਾਂ ਨੂੰ। ਕਿੰਨੀਆਂ ਮੱਝਾਂ ਤੁਸੀਂ ਇੱਕ ਵਾਰ ਇਹਦੇ ਤੇ ਚੋਲਾਂ ਦੇ? ਇਹ ਮਿਲਕਿੰਗ ਪਾਰਲਰ ਆ। ਤੇ ਆਮ ਮੈਂ ਕਹਿੰਦਾ ਹੁੰਦਾ ਵੀ ਜਿਹਨੇ ਸੋਚਿਆ ਨਾ ਵੀ ਫਾਰਮ ਕਰਨਾ ਵਾ 50 ਐਨੀਮਲਸ ਤੋਂ ਪਲੱਸ ਜਾਂ 100 ਦੇ ਤੱਕ ਪਹੁੰਚਣਾ ਵਾ, ਸੌਖੇ ਤਰੀਕੇ ਨਾਲ ਕੰਮ ਕਰਨਾ ਵਾ, ਵੀ ਬੰਦੇ ਵੀ ਲੰਮਾ ਸਮਾਂ ਰਹਿਣ। ਕਿਉਂਕਿ ਵੇਖੋ ਨਾ ਵੀ ਗੱਲ ਇਹ ਵੀ ਅਸੀਂ ਲੇਬਰ ਨੂੰ ਸੁੱਖ ਨਹੀਂ ਦਿੰਦੇ, ਤੇ ਅਸੀਂ ਕਹਿੰਦੇ ਵੀ ਬੰਦੇ ਭੱਜ ਗਏ, ਬੰਦੇ ਕੀ ਕਰਨਗੇ ਉੱਥੇ ਜਦੋਂ ਤੁਸੀਂ ਉਹਨਾਂ ਦਾ ਜਲੂਸ ਕੱਢਣਾ ਉਹਨਾਂ ਦਾ। ਹੁਣ ਇੱਥੇ ਇੱਕੋ ਬੰਦਾ ਹੁੰਦਾ ਥੱਲੇ ਸਾਡੇ। ਅੱਛਾ। ਇੱਕ ਬੰਦੇ ਨੇ ਸਾਡੀ 29 ਆ ਹੁਣ ਗਾਵਾਂ, 29 ਦਾ ਉਹਨਾਂ ਦੇ 29 ਗਾਵਾਂ ਦਾ ਚਵਾਈ ਜਿਹੜੀ ਆ ਸਾਡੀ 35 ਤੋਂ 40 ਮਿੰਟ ਲੱਗਦੇ। ਅੱਛਾ। ਹਾਂਜੀ, ਸਾਰੀ ਚਵਾਈ ਕਰਕੇ, ਧਵਾਈ ਕਰਕੇ। ਅੱਛਾ। ਹਾਂਜੀ। ਮਤਲਬ 1-1.25 ਮਿੰਟ ਦੀ ਅਵਸਥਾ? ਹਾਂ, ਉੱਦਾਂ ਤੇ 3 ਮਿੰਟ ਲੱਗਦੇ ਕਿਉਂਕਿ 12 ਗਾਵਾਂ ਹੋ ਰਹੀਆਂ ਹੁੰਦੀਆਂ ਨਾ। ਹੁਣ 6 ਗਾਵਾਂ ਸਾਡੀਆਂ ਇੱਧਰ ਖਲੋਂਦੀਆਂ, 6 ਇੱਧਰ। 12 6x2 ਸਵਿੰਗ ਓਵਰ ਪਾਰਲਰ ਆ ਇਹ ਵੈਨਸਨ ਦਾ। ਤੇ ਇਹ ਮਤਲਬ ਫੁੱਲੀ ਆਟੋਮੈਟਿਕ ਨਹੀਂ ਆ। ਅੱਛਾ। ਸੈਮੀ ਆਟੋਮੈਟਿਕ ਕਹਿ ਸਕਦੇ ਆਪਾਂ ਇਹਨੂੰ, ਕਿਉਂਕਿ ਇਹਦੇ 'ਚ ਦੁੱਧ ਵੀ ਅਸੀਂ ਆਪ ਨੋਟ ਕਰਦੇ ਆ। ਉੱਤੇ ਆ ਰਿਹਾ ਵਾ ਵੀ ਕਿਹੜੀ ਗਾਂ ਕਿੰਨਾ ਦੁੱਧ ਦੇ ਰਹੀ ਆ। ਹੁਣ ਆ ਤੁਹਾਨੂੰ ਦੱਸਦਾ ਵਾਂ, ਤੁਸੀਂ ਆ ਜਾਓ ਥੱਲੇ ਆ ਜਾਓ। ਇਹ ਇੱਕ ਬੰਦਾ ਇਹਨੂੰ ਮੈਨੇਜ ਕਰ ਲੈਂਦਾ? ਨਹੀਂ, ਕੁਝ ਵੀ ਨਹੀਂ ਹੈ। ਤੁਸੀਂ ਇੱਕ ਬੰਦੇ ਦੀ ਡਿਊਟੀ ਆ ਵੀ ਗਾਵਾਂ ਲਈ ਆਉਣੀਆਂ, ਛੱਡ ਕੇ ਆਉਣੀਆਂ। ਹੁਣ ਆਪਾਂ ਇੱਥੇ ਖੜੇ ਆ ਨਾ, ਆਹ ਏਰੀਆ ਵੇਖੋ ਤੁਸੀਂ ਵੀ ਜਦੋਂ ਚਵਾਈ ਕਰੀਦੀ ਆਮ ਇੱਕ ਜਾਂ ਪੈਰਾਂ ਪਰ ਬਹਿ ਕੇ ਚਵਾਈ ਕਰਨੀ। ਆਹ ਸਾਹਮਣੇ ਇੱਥੇ ਗਾਂ ਦਾ ਹਵਾਨਾ ਆਉਣਾ। ਆਰਡਰ ਜੇ ਤੁਹਾਡੀ ਰੇਂਜ 'ਚ ਆ, ਕਿਤੇ ਲੱਤ ਵੱਜਣ ਦੇ ਨਹੀਂ ਪ੍ਰੋਬਲਮ, ਕਿਉਂਕਿ ਗਾੜੀ ਆ ਸ਼ੀਲਡ ਆ ਗਈ ਹੈ ਨਾ। ਤੇ ਜਦੋਂ ਸਫਾਈ ਕਰਨੀ ਆ, ਅਸੀਂ ਹੁਣ ਸਾਡਾ ਇੱਥੇ ਸਿਸਟਮ ਕੀ ਆ, ਇਹ ਫੋਮ ਆ, ਥਣਾ ਨੂੰ ਪਾਣੀ ਨਹੀਂ ਮਾਰਦੇ। ਅੱਛਾ। ਥਣਾ ਨੂੰ ਪਾਣੀ ਮਾਰਾਂਗੇ ਤੇ ਮਸਟਾਈਟਿਸ ਦੇ ਜਾਂ ਥਣਾ ਦੀਆਂ ਬਿਮਾਰੀਆਂ ਆਉਣ ਦੇ ਚਾਂਸ ਵੱਧਦੇ, ਕਿਉਂਕਿ ਉਹ ਗੰਦਾ ਹੁੰਦਾ। ਜਦੋਂ ਪਾਣੀ ਮਾਰਦੇ ਟੀਟ ਓਪਨ ਹੁੰਦਾ ਤੇ ਮੁਸ਼ਕਿਲ ਆਉਂਦੀ ਉਹ ਜਿਹੜੀ ਇਨਫੈਕਸ਼ਨ ਹੁੰਦੀ ਆ ਉਹਦੀ ਵਜ੍ਹਾ ਕਰਕੇ ਹੁੰਦੀ। ਹਾਂਜੀ ਹਾਂਜੀ, ਬਿਲਕੁਲ ਕਿਉਂਕਿ ਛੇਕ ਖੁੱਲਾ ਰਹਿ ਜਾਂਦਾ ਤੇ ਪ੍ਰੋਬਲਮ ਆਉਣੀ। ਇਹ ਜਦੋਂ ਫੋਮ ਆ, ਹੁਣ ਇਹ ਫੋਮ ਲਾ ਕੇ ਥਣ ਗਿੱਲੇ ਹੋ ਗਏ, 30 ਸੈਕਿੰਡ ਵਾਸਤੇ ਉਹਨੂੰ ਛੱਡ ਦੇਣਾ। 30 ਸੈਕਿੰਡ ਦੇ ਬਾਅਦ ਹਰ ਐਨੀਮਲ ਦਾ ਪੁੱਪਣਾ ਟਾਵਲ ਵਾ ਇੱਥੇ। ਅੱਛਾ। ਟਾਵਲ ਵੱਖਰੇ ਸਾਰਿਆਂ ਦੇ ਵੀ ਸਿਸਟਮ ਲੱਗਿਆ। ਜਦੋਂ ਆਪਣੇ ਕੋਲ ਕੋਈ 40 ਕੁ ਟਾਵਲ ਹੋਣੇ, ਫਿਰ ਉਹਨਾਂ ਨੂੰ ਧੋ ਕੇ ਸੁਕਾ ਲਈਦਾ, ਫਿਰ ਸਵੇਰੇ ਸ਼ਾਮ ਉਹਨਾਂ ਨੂੰ ਯੂਜ਼ ਕਰ ਲਈਦਾ।
ਉਹ ਕਰਕੇ ਟਾਵਲ ਨਾਲ ਸਾਫ਼ ਕਰ ਗਿਆ, ਫੋਮ ਆ ਗਈ, ਫੋਮ ਦੇ ਨਾਲ ਹੀ ਸਾਫ਼ ਕਰਨਾ, ਪਾਣੀ ਨਹੀਂ ਮਾਰਨਾ। ਇਹ ਹਦਾਇਤਾਂ ਦਿੱਤੀਆਂ ਬੰਦਿਆਂ ਨੂੰ ਵੀ ਇਦਾਂ ਨਹੀਂ ਕਦੀ ਚਵਾਈ ਕਰਨੀ, ਪ੍ਰੋਬਲਮ ਨਾ ਕੋਈ ਆਵੇ। ਹੁਣ ਸਾਡੇ 1.5 ਸਾਲ ਹੋ ਗਿਆ ਫਾਰਮ ਚੱਲਦਿਆਂ ਨੂੰ, ਮੇਰੇ ਹਿਸਾਬ ਨਾਲ ਕੋਈ 2 ਤੋਂ 3 ਐਨੀਮਲ ਹੋਣਗੇ ਜਿਨ੍ਹਾਂ ਨੂੰ ਕੋਈ ਮੈਸਟਾਈਟਸ ਦੀ ਪ੍ਰੋਬਲਮ ਆਈ ਹੋਊਗੀ। ਨਹੀਂ ਤਾਂ ਇਹ ਬਹੁਤ ਕਾਮਨ ਮੰਨੀ ਜਾਂਦੀ। ਨਹੀਂ, ਬਹੁਤ ਕਾਮਨ ਆਉਂਦੀ ਆ। ਵੇਖੋ ਇਹ ਨਹੀਂ ਗੱਲ ਵੀ ਆਉਂਦੀ ਨਹੀਂ ਫਾਰਮਾਂ 'ਤੇ, ਆਉਂਦੀ ਆ, ਪਰ ਉਹਦਾ ਜਿਹੜਾ ਟਰੀਟਮੈਂਟ ਆ ਕਰਨ ਨਾਲੋਂ ਉਹਦੀ ਪਹਿਲੋਂ ਹੀ ਸਿਸਟਮ ਇਹੋ ਜਿਹਾ ਬਣਾ ਲਓ ਵੀ ਪ੍ਰੋਬਲਮ ਘੱਟ ਆਵੇ, ਕਿਉਂਕਿ ਵੇਖੋ ਹਰ ਤਰ੍ਹਾਂ ਦੀ ਮੁਸ਼ਕਿਲ ਆਉਣੀ ਫਾਰਮ 'ਤੇ। ਉਹ ਤਾਂ ਹੈ ਹੀ, ਬੰਦਾ ਆਮ ਮੈਂ ਤੁਸੀਂ ਗੱਲ ਕੀਤੀ ਨਾ ਵੀ ਵੱਧ ਤੋਂ ਵੱਧ ਬੰਦਿਆਂ ਤੱਕ ਇਹ ਪਹੁੰਚਣੀ ਆ ਗੱਲ ਸਾਰੀ। ਵੀ ਜੇ ਮੈਂ ਨੈਗੇਟਿਵ ਗੱਲਾਂ ਜ਼ਿਆਦਾ ਕੀਤੀਆਂ ਨਾ ਤੇ ਹਰ ਬੰਦੇ ਨੇ ਕਹਿਣਾ ਯਾਰ ਇਹ ਤੇ ਬੜਾ ਕੁੱਤਾ ਕੰਮ ਆ ਨਾ, ਇਹੋ ਜਿਹੀ ਚੀਜ਼ ਨਹੀਂ ਹੋਣੀ ਚਾਹੀਦੀ। ਹੁਣ ਮੁਸ਼ਕਿਲਾਂ ਹਰ ਕੰਮ 'ਚ ਆਉਣੀਆਂ ਹੀ ਆਉਣੀਆਂ ਨਾ, ਪਰ ਤੁਸੀਂ ਐਟਲੀਸਟ ਉਹਨੂੰ ਪ੍ਰੈਜ਼ੈਂਟ ਤੇ ਇਦਾਂ ਕਰੋ ਵੀ ਇਹ ਵਧੀਆ ਵਾ। ਹੁਣ ਬਹੁਤ ਇਲਾਕੇ 'ਚ ਬੰਦੇ ਆ, ਉਹਨਾਂ ਨੇ ਇੱਕੋ ਗੱਲ ਕਰਨੀ, ਜੇ ਕੋਈ ਸਲਾਹ ਲੈਣ ਚੱਲ ਗਿਆ ਇਹ ਤੋਂ ਗੰਦਾ ਕੰਮ ਕੋਈ ਨਹੀਂ। ਪਰ ਮੈਂ ਕਹਿ ਰਿਹਾ, ਮੈਂ ਸਿਰਫ ਅਜੇ ਵੇਰਕੇ ਨੂੰ ਦੇ ਰਿਹਾ, ਕੋਈ 30-31 ਰੁਪਏ ਰੇਟ ਲੱਗਦਾ ਹੋਊਗਾ ਸਾਨੂੰ, ਵੀ ਜੋ ਮਾਰਕੀਟ ਦੇ ਵਿੱਚ ਸਾਡੇ ਕੋਲ ਬਲਕ ਦੇ ਵਿੱਚ ਲੈ ਰਹੇ ਆ ਉਹ ਫਿਰ ਵੀ ਪ੍ਰੋਫਿਟੇਬਲ ਆ। ਨਾਰਮਲੀ ਡੇਅਰੀ ਦੇ ਵਿੱਚ 3 ਪ੍ਰੋਬਲਮਾਂ ਗਿਣਦੇ ਆ ਨਾ। ਹਾਂਜੀ। ਇੱਕ ਲੇਬਰ ਦੀ ਗਿਣਦੇ ਆ, ਫਿਰ ਲੇਬਰ ਕੰਸਿਸਟੈਂਟ ਨਹੀਂ ਰਹਿੰਦੀ, ਦੌੜ ਜਾਂਦੀ। ਬਿਲਕੁਲ ਬਿਲਕੁਲ। ਇੱਕ ਆ ਜਾਂਦੀ ਆ ਵੀ ਦੂਜੀ ਗਿਣਦੀ ਆ ਵੀ ਇਹ ਜਿਹੜੀਆਂ ਰੇਟ ਨਹੀਂ ਚੰਗਾ ਮਿਲਦਾ, ਬਿਮਾਰੀਆਂ ਦਾਮਨ ਬਹੁਤ ਲੱਗ ਜਾਂਦੇ। ਤੀਜੀ ਆ ਜਾਂਦੀ ਆ ਵੀ ਸਹੀ ਰੇਟ ਦੇ ਉੱਤੇ ਮਾਰਕੀਟਿੰਗ। ਇਹ ਤਿੰਨਾਂ ਬਾਰੇ ਸਾਡਾ ਕਿਆ ਹੈਗਾ? ਇਹ ਵੇਖੋ ਜੀ, ਇੱਕ ਪਹਿਲੇ ਨੰਬਰ ਤੇ ਬਿਮਾਰੀਆਂ ਦੀ ਗੱਲ ਆ ਨਾ, ਜੇ ਤੁਹਾਡੇ ਪ੍ਰੀਕਾਸ਼ਨਸ ਪੂਰੇ ਆ ਨਾ ਫਾਰਮ ਤੇ, ਤੁਸੀਂ ਘਟਾ ਸਕਦੇ ਜੇ, ਰੋਕ ਨਹੀਂ ਸਕਦੇ ਬਿਮਾਰੀਆਂ ਨੂੰ, ਘਟਾ ਸਕਦੇ ਜੇ, ਕਿਉਂਕਿ ਐਨੀਮਲ ਮਰਨੇ ਵੀ ਆ ਵੀ ਕੋਈ ਕਿਸੇ ਗਾਂ ਨੂੰ ਅਟੈਕ ਹੋ ਗਿਆ ਜਾਂ ਕਿਸ ਤਰ੍ਹਾਂ ਦੀ ਕੋਈ ਇਹੋ ਜਿਹੀ ਬਿਮਾਰੀ ਆ ਗਈ ਵੀ ਜਿਹੜੀ ਪ੍ਰੋਬਲਮ ਆ ਜਾਂਦੀ, ਤੁਸੀਂ ਕੰਟਰੋਲ ਹੀ ਨਹੀਂ ਕਰ ਸਕਦੇ। ਜੋ ਮਰਜ਼ੀ ਜਿਹੜਾ ਮਰਜ਼ੀ ਐਂਟੀਬਾਇਓਟਿਕ ਲਾ ਲਓ, ਤੁਸੀਂ ਨਹੀਂ ਉਹਨੂੰ ਕੰਟਰੋਲ। ਤੇ ਸਾਡੀ ਗੱਲ ਹੁਣ ਇਹ ਆ ਵੀ ਅਸੀਂ ਨਵੇਂ ਫਾਰਮਰ ਆ, ਬਿਲਕੁਲ ਹਰ ਰੋਜ਼ ਸਿੱਖ ਰਹੇ ਆ। ਆਪਣੇ ਜਿਹੜੇ ਸਾਡੇ ਕੋਲ ਬੰਦੇ ਕੰਮ ਕਰਦੇ, ਇਹਨਾਂ ਕੋਲ ਵੀ ਰੋਜ਼ ਸਿੱਖਣ ਨੂੰ ਮਿਲੀਦਾ, ਕੋਈ ਨਾ ਕੋਈ ਚੀਜ਼ ਮਿਲਦੀ। ਤੇ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਸੀ ਵੀ ਬਿਮਾਰੀਆਂ ਦੀ, ਇੱਕ ਸਾਡੇ ਕੋਲ ਜਿੱਦਾਂ ਆਮ ਕਈ ਲੋਕ ਯੂਜ਼ ਨਹੀਂ ਕਰਦੇ ਦੇਸੀ ਚੀਜ਼ਾਂ, ਪਰ ਸਾਡੇ ਕੋਲ ਇੱਥੇ ਪੁੜੀ ਆ, ਇੱਥੇ ਦੂਧ ਪਿੰਡ ਵਾ, ਇੱਥੋਂ ਇੱਕ ਪੁੜੀ ਮਿਲਦੀ ਆ, ਮੈਸਟਾਈਟਸ ਦੀ ਰੋਕਥਾਮ ਵਾਸਤੇ ਵਰਤੀ ਜਾਂਦੀ ਆ, ਤੇ 100% ਉਸ ਚੀਜ਼ ਦਾ ਅਸੀਂ ਵੇਖਿਆ ਰਿਜ਼ਲਟ। ਬਹੁਤ ਹਾਂਜੀ ਹਾਂਜੀ। ਉਹ ਪੁੜੀ ਆਉਂਦੀ ਦੇਸੀ, ਉਹ ਆਈ ਡੋਂਟ ਨੋ ਵੀ ਕੀ ਚੀਜ਼ਾਂ ਪਾਉਂਦੇ ਹੋਣਗੇ, ਪਰ ਉਹ ਦੇਸੀ ਜੜੀਆਂ ਬੂਟੀਆਂ ਦੀ ਬਣਾਉਂਦੇ। ਜਿੱਦਣ ਸਾਨੂੰ ਹਰਵਿੰਦਰ ਕੱਪ ਫੜੀ ਉਹ ਜਿਹੜਾ ਮੈਸਟਾਈਟਸ ਵਾਲਾ, ਵੀ ਜਿੱਦਣ ਸਾਨੂੰ ਇਹ ਡਿਟੈਕਟ ਹੋ ਜੇ ਵੀ ਇਸ ਗਾਂ ਦੇ ਕੋਈ ਥਣ ਦੇ ਵਿੱਚ ਕੋਈ ਆਇਆ ਵਾ, ਅਸੀਂ ਰਾਤ ਨੂੰ ਆਟੇ ਦਾ ਪੇੜਾ ਲੈ ਕੇ ਉਹਦੇ 'ਚ ਪੁੜੀ, ਹੁਣ ਮੇਰੇ ਨਾਲ 7-9-10 ਫਾਰਮਰਸ ਜੁੜੇ ਹੋਏ ਆ, ਆਪਾਂ ਇਕੱਠੇ ਇੱਕ ਦੂਜੇ ਨਾਲ ਸਲਾਹ ਰੋਜ਼ ਕਰਦੇ ਆ ਵੀ ਕੀ ਕਰਨਾ ਕੀ ਨਹੀਂ ਕਰਨਾ। ਉਹ ਚੀਜ਼ ਮੈਂ ਹਰ ਇੱਕ ਨਾਲ ਸ਼ੇਅਰ ਕੀਤੀ ਵੀ ਹੁਣ ਹਰ ਬੰਦਾ ਯੂਜ਼ ਕਰ ਰਿਹਾ ਵਾ। ਤੇ ਇਹ ਪਾਪਾ ਨੂੰ ਪਤਾ ਸੀ, ਕਿਉਂਕਿ ਸ਼ੁਰੂ ਤੋਂ ਐਨੀਮਲ ਰੱਖਦੇ ਅਸੀਂ ਤੇ ਨਹੀਂ ਸੀ ਇਨਵੋਲਵ ਉਦੋਂ ਜ਼ਿਆਦਾ, ਤੇ ਪਾਪਾ ਸ਼ੁਰੂ ਤੋਂ ਇਹ ਦਿੰਦੇ ਆ ਰਹੇ। ਹੁਣ ਅਸੀਂ ਉਹ ਰਾਤ ਨੂੰ ਇੱਕ ਪੁੜੀ ਦੇਣੀ ਉਹ ਪੇੜੇ ਦੇ ਵਿੱਚ, ਤੇ ਅਗਲੇ ਦਿਨ ਤੁਸੀਂ ਕਹਿ ਸਕਦੇ ਵੀ ਬਿਲਕੁਲ ਕਲੀਅਰ ਹੋ ਜਾਂਦਾ। ਹਾਂਜੀ। ਫਿਰ ਉਹਨੂੰ 3 ਦਿਨ ਦਾ ਕੋਰਸ ਹੁੰਦਾ, ਅਸੀਂ 3 ਦਿਨ ਉਹਨੂੰ ਲਗਾਤਾਰ ਦਿੰਦੇ ਹੀ ਦਿੰਦੇ। ਤੇ ਰੂਟੀਨ 'ਚ ਅਸੀਂ ਇੱਕ CMT ਕਿੱਟ ਆਉਂਦੀ ਆ, ਜਿਸ 'ਚ ਵੇਖੀਦਾ ਵਾ ਵੀ ਸਾਰੀਆਂ ਗਾਵਾਂ ਦਾ ਵੀ ਮਿਲਕ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਈ, ਤੇ ਉਹਨੂੰ ਕੈਲੀਫੋਰਨੀਆ ਸਮਥਿੰਗ ਟੈਸਟ ਕਹਿੰਦੇ ਆ ਨਾ। ਤੇ ਫਿਰ ਹੁਣ ਥਣਾ ਦੀ ਜਿੱਦਾਂ ਗੱਲ ਕੀਤੀ ਆ, ਚਵਾਈ ਹੋ ਗਈ ਸਾਡੀ, ਟੀਟ ਓਪਨ ਰਹਿੰਦਾ ਵਾ, ਕੋਈ 1.5 ਮਿੰਟ ਤੋਂ ਉੱਪਰ ਟੀਟ ਓਪਨ ਰਹਿਣਾ, ਜਿਹੜਾ ਸ਼ੇਕ ਹੁੰਦਾ ਜਾਂਦੀ ਦੁੱਧ ਨਿਕਲਿਆ। ਫਿਰ ਅਸੀਂ ਇਹਨੂੰ ਡਿਪ ਕਰੀਦਾ ਇਹਦੇ ਨਾਲ। ਅੱਛਾ। ਹਾਂਜੀ। ਇਹ ਦਵਾਈ ਡਿਸਇਨਫੈਕਟੈਂਟ ਵੀ ਆ, ਇਹ ਤੁਹਾਡਾ ਇਹਨੇ ਉਹਨੂੰ ਕਵਰ ਕਰ ਲੈਣਾ ਟੀਟ ਨੂੰ, ਥਣ ਦਾ ਹਿੱਸਾ ਜਿਹੜਾ ਬਿਲਕੁਲ ਨੀਲਾ ਤੁਹਾਨੂੰ ਦਿਖਣਾ ਜਦੋਂ ਤੁਸੀਂ ਚਵਾਈ ਤੇ ਵੇਖੋਗੇ ਨਾ, ਤੇ ਉਹਦੇ ਨਾਲ ਕੀ ਹੁੰਦਾ, ਟੀਟ ਬੰਦ ਹੋ ਜਾਂਦਾ। ਜਾ ਕੇ ਗਾਂ ਭਾਵੇਂ ਬਹਿ ਜੇ ਸਿੱਧੀ ਜਾ ਕੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਆਉਣੀ। ਤੇ ਮਤਲਬ ਜਿੱਦਾਂ ਹਰ ਰੋਜ਼ ਤੁਹਾਨੂੰ ਦੱਸਿਆ ਵੀ ਹਰ ਰੋਜ਼ ਸਿੱਖ ਰਹੇ ਆ ਵੀ ਕੁਛ ਨਾ ਕੁਛ ਜਿੱਦਾਂ ਨਵੀਂ ਚੀਜ਼ ਪਤਾ ਲੱਗੇ। ਹੁਣ ਆਹ 3 ਚੀਜ਼ਾਂ ਨਾ ਇਹ ਲਾਜ਼ਮੀ ਆ, ਮੈਂ ਹਰ ਜਿੱਥੇ ਫਾਰਮਰ ਨਾਲ ਜਾਈਏ ਗੱਲ ਕਰੀਏ ਵੀ ਜੇ ਤੁਸੀਂ ਆਹ 2 ਚੀਜ਼ਾਂ ਨਹੀਂ ਯੂਜ਼ ਕਰ ਰਹੇ ਨਾ ਤੇ ਮੁਸ਼ਕਲ ਆਉਣੀ। ਥੜਾਂ ਨੂੰ ਪਾਣੀ ਮਾਰਨ ਨਾਲ ਪ੍ਰੋਬਲਮ ਆਉਣੀ ਆ, ਤੇ ਜੇ ਆ ਨਹੀਂ ਯੂਜ਼ ਕਰਦੇ ਬਾਅਦ 'ਚ ਡਿਪ ਨਹੀਂ ਕਰਦੇ। ਕੋਸਟ ਨਹੀਂ ਬਹੁਤੀ ਹੈਗੀ। ਅੱਛਾ। ਇਹ ਲੱਗਦਾ ਹੁੰਦਾ ਵੀ ਪਤਾ ਨਹੀਂ ਕਿੱਡੀ ਮਹਿੰਗੀ। ਹੁਣ ਆ ਸਾਡੀ ਆ ਬੋਟਲ ਆਉਂਦੀ ਆ, ਇਹ ਸਿਡ ਲਾਈਨ ਕੰਪਨੀ ਦੀ ਕੀਨੋ ਪਿਓਰ 1 ਲੀਟਰ ਆ, ਇਹਦੇ 'ਚ ਕੋਈ 100 ml 50 ml ਪਾ ਕੇ ਤੇ ਬੋਟਲ ਫਿਲ ਕਰ ਲਈ ਦੀ ਪਾਣੀ ਨਾਲ। ਤੇ ਇਹ ਮੈਂ 1.5-2 ਮਹੀਨੇ ਬਾਅਦ ਮੇਰੇ ਕੋਲ ਇੱਕ ਬੋਤਲ ਆਉਂਦੀ ਹੈ, ਕੋਈ 900 ਰੁਪਏ ਦੀ ਕੋਸਟ ਕਰਦੀ ਆ। ਅੱਛਾ। ਤੇ ਕੋਈ ਮਹਿੰਗਾ ਨਹੀਂ ਕੰਮ, ਪਰ ਸਾਨੂੰ ਫਾਰਮ ਬਚਾ ਰਿਹਾ ਵਾ ਸਾਨੂੰ, ਹੋਰ ਤੇ ਇਹ ਚੀਜ਼ਾਂ ਦੀ ਕੋਸਟ ਥੋੜੀ ਮੰਨੀ ਜਾਣੀ। ਮਾਰਕੀਟਿੰਗ ਦਾ ਅਸੀਂ ਕਿੱਦਾਂ ਕਰਦੇ?
ਹੁਣ ਮਾਰਕੀਟਿੰਗ ਦੀ ਇਹ ਵਾ ਵੀ ਸਾਡਾ ਐਟ ਪ੍ਰੈਜ਼ੈਂਟ ਤੇ ਵੇਰਕੇ ਨੂੰ ਜਾ ਰਿਹਾ ਸਾਰਾ ਦੁੱਧ, ਤੇ ਅਸੀਂ ਡਿਸਕੰਟੀਨਿਊ ਨਹੀਂ ਕਰਨਾ ਵੇਰਕੇ ਤੋਂ, ਕਿਉਂਕਿ ਵੇਰਕੇ ਦੇ ਥਰੂ ਅਸੀਂ BMC ਲਈ ਹੋਈ ਆ ਜਿਸ 'ਚ ਮਿਲਕ ਕੂਲ ਹੁੰਦਾ ਵਾ, ਤੇ ਨਾਲ ਸਾਨੂੰ ਉਹਨਾਂ ਨੇ ਜਨਰੇਟਰ ਦਿੱਤਾ ਸਬਸਿਡੀ ਦੇ ਉੱਪਰ, ਤੇ ਵੇਰਕੇ ਦਾ ਤਾਂ ਅਸੀਂ ਰੱਖਾਂਗੇ, ਨਾਲ ਹੀ ਰਹਿਣਾ, ਉਹਨਾਂ ਦੇ ਨਾਲ ਹੀ ਚੱਲਣਾ ਆਪਾਂ। ਪਰ ਉਹ ਤੋਂ ਇਲਾਵਾ ਵੇਰਕਾ ਸਿੱਧਾ ਕਿੰਨੇ ਕੁ ਲੀਟਰ ਤੋਂ ਲੈਣ ਲੱਗ ਜਾਂਦਾ ਦੁੱਧ ਸਿੱਧਾ? ਨਹੀਂ 200 ਲੀਟਰ ਤੋਂ ਲੈ ਲੈਂਦੇ ਆ। 200 ਲੀਟਰ ਤੋਂ? ਹਾਂਜੀ, ਉਹ 50 ਲੀਟਰ ਵਾਲੇ ਵੀ ਹੁੰਦੇ, ਪਰ ਉਹ ਉਸ ਜਿਹੜੀਆਂ ਸੰਸਥਾਵਾਂ ਬਣੀਆਂ ਹੁੰਦੀਆਂ ਨਾ, ਕੀ ਕਹਿੰਦੇ ਕੋਆਪਰੇਟਿਵ ਸੁਸਾਇਟੀਆਂ ਬਣੀਆਂ ਹੁੰਦੀਆਂ, ਉਹ ਉੱਥੇ ਉਹਨਾਂ ਦੇ ਬਲਕ ਮੀਟ ਲੱਗੇ ਹੁੰਦੇ ਆ ਕੈਂਡੀਆਂ, ਉਹਨਾਂ 'ਚ ਕੋਈ 2 ਲੀਟਰ ਪਾ ਗਿਆ, ਕੋਈ 10 ਲੀਟਰ ਪਾ ਗਿਆ ਉੱਥੇ। ਪਰ ਫਾਰਮਰਸ ਕੋਲ ਹੁਣ ਸਾਨੂੰ ਮਿਲਕ ਵੱਧ ਹੋਣ ਕਰਕੇ ਵੀ ਸਾਨੂੰ ਐਡੀਸ਼ਨਲੀ ਕੁਝ ਪੈਸੇ ਵੱਧ ਮਿਲਦੇ ਆ, ਕੁਆਲਿਟੀ ਇਨਸੈਂਟਿਵਸ ਮਿਲਦੇ ਆ ਫਾਰਮ ਦੇ ਵਿੱਚ ਵੀ, ਸਾਫ ਸਫਾਈ ਵੇਖ ਕੇ ਉਹਨਾਂ ਨੇ ਵੇਖਣਾ ਵੀ ਉਹਦੇ ਵੀ ਸਾਨੂੰ ਰੇਟ ਮਿਲਣਾ। ਆਮ ਬੰਦਾ ਦੁੱਧ ਪਾਉਣ ਜਾਂਦਾ ਉਹਦੇ ਨਾਲੋਂ ਸਾਡਾ ਰੇਟ ਜਿਹੜਾ ਵਾ 2-4 ਰੁਪਏ ਐਕਸਟਰਾ ਹੀ ਹੁੰਦਾ ਵਾ, ਵੀ ਫਾਰਮ ਦੇ ਵਿੱਚੋਂ ਤੁਸੀਂ ਮੇਨਟੇਨ ਕਰਨ ਦੇ ਜੇ ਕੈਂਡੀ ਯੂਜ਼ ਕਰ ਰਹੇ ਆ ਉਹਦੇ ਵੀ ਕੁਝ ਪੈਸੇ ਸਾਨੂੰ ਮਿਲਣੇ ਆ, ਵੀ ਜਨਰੇਟਰ ਚਲਾ ਰਹੇ ਆ, ਜਨਰੇਟਰ ਦਾ ਖਰਚਾ ਹੋ ਰਿਹਾ ਵਾ, ਉਹਦੇ ਵੀ ਸਾਨੂੰ ਐਕਸਟਰਾ ਮਿਲਣੇ ਪੈਸੇ। ਤੇ ਵੇਰਕਾ ਹੋ ਗਿਆ, ਤੁਸੀਂ ਲਾ ਲਓ, ਤੁਸੀਂ ਜਾਂ ਨੈਸਲੇ ਹੋ ਗਿਆ, ਇਹ ਸਾਰੇ ਜੁੜਨਾ ਹੀ ਚਾਹੀਦਾ ਇਹਨਾਂ ਦੇ ਨਾਲ ਸਟਾਰਟਿੰਗ ਦੇ ਵਿੱਚ, ਪਰ ਤੁਸੀਂ ਮਾਰਕੀਟਿੰਗ ਜ਼ਰੂਰ ਕਰੋ। ਹੁਣ ਸਾਡਾ ਅਸੀਂ ਪੈਕੇਟ ਲਾਂਚ ਕਰ ਰਹੇ ਹਾਂ ਨੈਕਸਟ, ਹੋ ਸਕਦਾ 2-3 ਮੰਥ ਦੇ ਵਿੱਚ ਅਸੀਂ ਸਾਰਾ ਸਿਸਟਮ ਰੈਡੀ ਆ। ਇੱਕ BMC ਜਿਹੜੀ ਵੇਰਕੇ ਦੀ ਉਹ 'ਤੇ ਵੱਖਰੀ ਆ, ਇੱਕ ਅਸੀਂ ਹੋਰ ਲਿਆ ਰਹੇ ਹਾਂ, ਤੇ ਉਹ BMC ਜਿਹੜੀ ਆ ਉਹ 'ਚ ਜਿਹੜਾ ਦੁੱਧ ਸੇਵ ਕਰਿਆ ਕਰਾਂਗੇ, ਉਹ ਪੈਕਿੰਗ ਸਿਸਟਮ ਕਰਕੇ ਪੈਕੇਟ ਹੋ ਗਏ, ਗਲਾਸ ਬੋਟਲਸ ਹੋ ਗਈਆਂ, ਤੇ 3-4 ਇੱਥੇ ਆਪਣੇ ਆਰਗੇਨਾਈਜੇਸ਼ਨਸ ਆ, ਉਹ ਸਾਨੂੰ ਬਲਕ 'ਚ ਸਾਡੇ ਕੋਲ ਲੈਣਗੇ। ਬਲਕ ਇਨ ਦਾ ਸੈਂਸ ਵੀ ਉਹਨਾਂ ਨੂੰ ਪਤਾ ਵਾ ਉਹਨਾਂ ਦੀ ਲਾਗਤ 200 ਲੀਟਰ ਆ, ਕਿਸੇ ਦੀ 100 ਲੀਟਰ ਆ, ਬਾਕੀ ਘਰਾਂ ਵਾਲੇ ਸਾਨੂੰ ਕੋਲ ਹੁਣ ਰੂਟੀਨ 'ਚ ਆਉਂਦੇ ਆ ਵੀ ਤੁਹਾਡਾ ਦੁੱਧ ਅਨਟੱਚਡ ਆ, ਇੱਥੋਂ ਮਿਲਕਿੰਗ ਹੋ ਕੇ ਪਾਈਪਾਂ ਥਾਣੀ ਸਟੇਨਲੈਸ ਸਟੀਲ ਦੇ ਟੈਂਕ 'ਚ ਹੀ ਜਾਣਾ ਸਿੱਧਾ, ਕਿਤੇ ਹੱਥ ਨਹੀਂ ਲੱਗਣਾ, ਕਿਤੇ ਬਿਮਾਰੀ ਘੱਟ, ਐਂਟੀਬਾਇਓਟਿਕਸ ਨਹੀਂ ਲੱਗਦੇ ਫਾਰਮ ਤੇ ਡਿਮਾਂਡ ਤੇ ਸਾਡੀ ਆਟੋਮੈਟਿਕਲੀ ਆਲਰੇਡੀ ਲੋਕ ਚਾਹੁੰਦੇ ਆ ਵੀ ਆਓ, ਪਰ ਜੇ ਤੇ ਹੋਰ ਪ੍ਰੋਫਿਟ ਵਧੀਆ ਤਰੀਕੇ ਨਾਲ ਆਮਦਨ ਹੋਰ ਬਣਾਉਣੀ ਆ ਤੇ ਉਹਦਾ ਇੱਕੋ ਇੱਕ ਤਰੀਕਾ ਵਾ, ਮਾਰਕੀਟਿੰਗ ਆਪਣੀ ਕਰਨੀ ਹੀ ਪੈਣੀ ਆ। ਨਾਲ ਇਹਨਾਂ ਦੇ ਕੋਆਪਰੇਟਿਵ ਸੁਸਾਇਟੀਆਂ ਨਾਲ ਵੀ ਚੱਲਣਾ ਪੈਣਾ ਵਾ, ਤੇ ਨਾਲ ਸਾਨੂੰ ਦੁੱਧ ਦੀ ਪੈਕਿੰਗ ਵੀ ਜ਼ਰੂਰੀ ਹੈ, ਇੰਟੈਗ੍ਰੇਟਡ ਮਾਡਲ। ਹਾਂਜੀ ਬਿਲਕੁਲ, ਉੱਦਾਂ ਨਹੀਂ। ਹੁਣ ਸਾਡਾ ਆਪਣੀ ਜਿਹੜੀ ਮਾਰਕੀਟਿੰਗ ਤੁਸੀਂ ਕਰੋਗੇ, ਪੈਕ ਕਰਕੇ ਕਰੋਗੇ, ਉਹ ਵੀ ਮੈਕਨਾਈਜ਼ਡ ਹੀ ਕਰੋਗੇ? ਹਾਂਜੀ, ਆਟੋਮੈਟਿਕ ਆ। ਕੋਈ ਇੱਥੇ ਸ਼੍ਰੀ ਬਾਲਾ ਜੀ ਦੀ ਇੱਕ ਮਸ਼ੀਨ ਆਉਂਦੀ ਆ ਜਿਹੜੀ ਅਸੀਂ ਆਰਡਰ ਕੀਤੀ ਹੋਈ ਆ। ਅੱਛਾ। ਤੇ ਉਹ ਲੀਟਰ ਦੇ ਪੈਕੇਟ, 2 ਲੀਟਰ ਦੇ, 5 ਲੀਟਰ ਵਾਲੀ ਨਹੀਂ ਕੀਤੀ, ਲੀਟਰ ਤੇ 2 ਲੀਟਰ ਦੇ ਪੈਕੇਟ ਵਾਲੀ, ਅੱਧਾ ਲੀਟਰ ਦੇ ਪੈਕੇਟ ਵਾਲੀ ਮਸ਼ੀਨ ਆ ਉਹ, ਤੇ ਉਹ ਫੁੱਲੀ ਆਟੋਮੈਟਿਕ ਆ। ਉਹਨੇ ਆਟੋਮੈਟਿਕਲੀ ਉਹ ਮਸ਼ੀਨ ਦੇ ਵਿੱਚੋਂ ਸਕ ਕਰਕੇ ਤੇ ਪੈਕੇਟ ਭਰੀ ਜਾਣੇ ਡਾਇਰੈਕਟਲੀ। ਤੇ ਆਹ ਇਹਦੀ ਗੱਲ ਕਰ ਰਿਹਾ ਸੀ ਮੈਂ, ਇਹਦੇ 'ਚ ਪਹਿਲੋਂ ਧਾਰ ਮਾਰ ਕੇ ਵੇਖੀ ਦੀ ਆ, ਜਦੋਂ ਸਫਾਈ ਹੋ ਜਾਂਦੀ ਥਣ ਦੀ ਧਾਰ ਮਾਰੀ ਦੀ ਵੇਖੀਦਾ ਵਾ ਵੀ ਇਹਦੇ 'ਚ ਕਿਸ ਤਰ੍ਹਾਂ ਦੀ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ, ਵੀ ਜੇ ਮਾੜਾ ਜਿਹਾ ਵੀ ਸ਼ਿਸ਼ਰਾ ਲੱਗਾ ਵੀ ਇਹ 'ਚ ਪ੍ਰੋਬਲਮ ਆ ਸਕਦੀ ਆ, ਉਸੇ ਵੇਲੇ ਜਿਹੜੀ ਪੂੜੀ ਦੱਸੀ ਤੁਹਾਨੂੰ, ਨਹੀਂ ਤੇ ਫਿਰ ਅਸੀਂ 10 ਦਿਨ ਦੇ ਵਿੱਚ ਇੱਕ ਵਾਰੀ ਟੈਸਟ ਕਰਦੇ ਹਾਂ CMT ਕਿੱਟ ਦੇ ਨਾਲ, ਵੀ ਸਾਰੇ ਚਾਰੇ ਥਣਾਂ ਦਾ ਵੀ ਵੇਖ ਕੇ ਵੀ ਜੇ ਤੇ ਜੈਲ ਬਣ ਗਈ, ਮਤਲਬ ਵੀ ਇਹਦੇ ਜਿਹੜੇ ਆ ਸੋਮੈਟਿਕ ਸੈੱਲ ਕਾਊਂਟ ਵਧੇ ਹੋਏ ਆ ਤੇ ਮੁਸ਼ਕਿਲ ਆ ਸਕਦੀ ਹੈ, ਫਿਰ ਉਹਨੂੰ ਹੱਲ ਕਰ ਲਈਦਾ ਉਸ ਹਿਸਾਬ ਦੇ ਨਾਲ। ਪਰ ਫਿਰ ਵੀ ਜੇ ਤੁਸੀਂ ਮੈਕਨਾਈਜ਼ ਨਹੀਂ ਹੁੰਦੇ, ਤੁਸੀਂ ਪ੍ਰੋਫਿਟੇਬਲ ਨਹੀਂ ਹੋ ਸਕਦੇ। ਖਰਚੇ ਤੇ ਹੈਗੇ ਆ, ਪਰ ਸੌਖੇ ਤਰੀਕੇ ਨਾਲ, ਵਧੀਆ ਤਰੀਕੇ ਨਾਲ ਫਾਰਮ ਚਲਾਉਣਾ ਵਾ ਤੇ ਮੈਕਨਾਈਜ਼ਡ ਹੋਣਾ ਪੈਣਾ, ਲੇਬਰਲੈਸ ਕਰਨਾ ਹੀ ਪੈਣਾ ਵਾ ਸਾਨੂੰ। ਅੱਛਾ, ਆਖਰੀ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਜਿਹੜਾ ਤੁਸੀਂ ਇੱਥੇ ਆ ਕੇ ਆਪਣਾ ਤਜਰਬਾ ਕਰ ਰਹੇ ਹਾਂਜੀ ਤੋ ਇਸ ਤਜਰਬੇ ਦੀ ਸੰਤੁਸ਼ਟੀ ਤੁਹਾਨੂੰ? ਨਹੀਂ, ਵਧੀਆ, ਸੈਟੀਸਫਾਈਡ ਆ। ਅੱਛਾ, ਡਿਸੀਜਨ ਲਿਆ ਹੀ ਇਸ ਕਰਕੇ ਸੀ ਵੀ ਕਿਤੇ ਪੇਰੈਂਟਸ ਇੱਥੇ ਚਾਹੁੰਦੇ ਸੀ, ਪਾਪਾ ਨੇ ਉਹਨਾਂ ਨੇ ਨਹੀਂ ਜਾਣਾ, ਇਹ 3-4 ਵਾਰੀ ਹੋ ਕੇ ਆਏ ਵੀ ਇਹਨਾਂ ਨੇ ਨਹੀਂ ਰਹਿਣਾ ਉੱਥੇ। ਫਿਰ ਸੋਚਿਆ ਵੀ ਨਹੀਂ, ਜੇ ਉਹਨਾਂ ਨੇ ਰਹਿਣਾ ਤੇ ਅਖੀਰਲਾ ਜਿੰਨਾ ਵੀ ਇੱਥੇ ਵਧੀਆ ਤਰੀਕੇ ਨਾਲ ਜਿਹੜਾ ਬੈਕ ਸਾਈਡ ਤੇ ਆਪਣਾ ਸਿਸਟਮ ਆ ਉਹ 'ਚ ਵਧੀਆ ਚੱਲਦਾ ਰੱਖਣਾ ਵਾ। ਉਪਰਾਲਾ ਤਾਂ ਦੇਖੋ ਮਿਹਨਤ ਤੇ ਕਰਨੀ ਪੈਂਦੀ ਆ। ਹੁਣ ਮੈਂ ਇੱਥੇ ਦਿਨ ਦੇ ਵਿੱਚ ਸਿਰਫ 2 ਘੰਟੇ ਦਿੰਦਾ, ਸਿਰਫ 2 ਘੰਟੇ। ਅੱਛਾ, ਮਤਲਬ ਵੱਧ ਤੋਂ ਵੱਧ ਖਿੱਚ ਧੂ ਕੇ ਵੇਖੀਏ, ਕਿਉਂਕਿ ਸਿਸਟਮ ਬਣਾਉਣਾ ਪੈਂਦਾ, ਸਿਸਟਮ ਬਣ ਗਿਆ ਉਹ। 2 ਘੰਟੇ ਡੇਅਰੀ ਫਾਰਮ ਦੇ ਵਿੱਚ ਆ। ਹੁਣ ਨਾਲ ਮੇਰਾ ਪਲਾਨ ਜਿਹੜਾ ਨਾਲ ਚੱਲ ਰਿਹਾ ਵਾ ਇਕੋ ਟੂਰਿਜ਼ਮ ਦਾ, ਐਗਰੀਕਲਚਰ ਪਲੱਸ ਟੂਰਿਜ਼ਮ, ਇੱਕ ਬੜਾ ਵਧੀਆ ਕੀਤਾ ਵਾ। ਜੇ ਤੁਸੀਂ ਉੱਥੇ ਵਰਕ ਨਹੀਂ ਕਰਦੇ, ਜਿੰਨੇ ਵੱਧ ਤੋਂ ਵੱਧ ਚੀਜ਼ਾਂ ਨਾਲ ਇੰਟੀਗ੍ਰੇਟਿਡ ਹੋ ਸਕਦੀਆਂ ਵਾ, ਜਿੰਨਾ ਵੱਧ ਤੋਂ ਵੱਧ ਜੋੜ ਸਕਦੇ ਆ, ਜੋੜਨਾ ਚਾਹੀਦਾ। ਹੁਣ ਫਾਰਮ ਸ਼ਾਪ ਬਣ ਜਾਣੀ ਇੱਕ, ਉਹਦੇ 'ਚ ਅਸੀਂ ਜਿਹੜੇ ਆਪਣੇ ਪ੍ਰੋਡਕਟਸ ਹੋਣਗੇ ਉਹ ਸੇਲ ਕਰਾਂਗੇ। ਫਿਰ ਉਹ ਤੋਂ ਇਲਾਵਾ ਇਕੋ ਟੂਰਿਜ਼ਮ ਦੇ ਜਿਹੜੇ ਛੋਟੇ ਆਪਾਂ ਇੱਥੇ ਰਹਿਣ
ਕੋਈ ਘੁੰਮਣ ਫਿਰਨ ਆਉਂਦਾ ਵਾ, ਕੋਈ ਸ਼ਹਿਰੋਂ, ਕੋਈ ਅੰਮ੍ਰਿਤਸਰ ਤੋਂ, ਕੋਈ ਹਰ ਬੰਦਾ ਸਿਟੀ ਲਾਈਫ ਤੋਂ ਪਰੇਸ਼ਾਨ ਆ। ਔਖਾ। ਉਹ ਚਾਹੁੰਦੇ ਆ ਵੀ ਫਾਰਮ ਤੇ ਆਈਏ, ਇੱਥੇ 10 ਮਿੰਟ ਵੀ ਇੱਕ ਦਿਨ ਰਹਿਣਾ ਇੱਥੇ ਬੱਚਿਆਂ ਨੇ, ਇੱਥੇ ਗਾਵਾਂ ਦੇ ਨਾਲ ਮਿਲਕਿੰਗ ਕਰਨੀ ਆ, ਕਿਸੇ ਨੇ ਕੁਝ ਕਰਨਾ ਵਾ ਪਰ ਜਿਹੜੇ ਆਮ ਬਿਨਾਂ ਸੋਚੇ ਸਮਝੇ ਕਈ ਫਾਰਮਰਸ ਜਾਂ ਕੰਮ ਸ਼ੁਰੂ ਕਰ ਲੈਂਦੇ ਆ ਨਾ, ਉਹ ਕੰਮ ਨਹੀਂ ਕਰਨਾ ਚਾਹੀਦਾ। ਫਿਰ ਦੂਜੀ ਚੀਜ਼, ਜਿਹੜੇ ਕੋਈ ਸੱਜਣ ਬਾਹਰੋਂ ਆਉਣ ਦੇ ਚਾਹਵਾਨ ਆ, ਇੱਥੇ ਹੈ ਬਹੁਤ ਕੁਛ ਆ ਪਰ ਸ਼ਰਮ ਮਾਰ ਜਾਂਦੀ ਲੋਕਾਂ ਨੂੰ ਕਿ ਕੰਮ ਕਰਨਾ ਪੈਣਾ। ਉੱਥੇ ਭਾਵੇਂ ਅਸੀਂ ਸਾਰਾ ਕੰਮ ਕਰਦੇ ਹੋਈਏ, ਇੱਥੇ ਜਦੋਂ ਕੰਮ ਕਰਨਾ ਪੈਂਦਾ ਵਾ ਵੀ ਯਾਰ ਮੈਂ ਚਿੱਟੇ ਬੂਟਾਂ 'ਚ ਰਵਾਂ ਤੇ ਮੈਂ ਇਦਾਂ ਰਵਾਂ ਵੀ ਮੇਰੇ ਹੱਥ ਨਾ ਲਿਬੜਨ। ਉੱਥੇ ਭਾਵੇਂ ਡਰਾਈਵਾਲ ਦਾ ਕੰਮ ਕਰਨ ਦੇ ਆ, ਪੇਂਟ ਦਾ ਕੰਮ ਕਰਨ ਦੇ, 12-12 ਘੰਟੇ 24-24 ਘੰਟੇ ਵੀ ਕੰਮ ਕਰਦੇ ਕਈ ਲੋਕ। ਇੱਥੇ ਆ ਕੇ ਚਿੱਟੀਆਂ ਕਮੀਜ਼ਾਂ ਤੇ ਚਿੱਟੇ ਇਹਨਾਂ ਨੂੰ ਦਾ ਵੀ ਕੁੜਤਾ ਪਜਾਮੇ ਨਾਲ ਲੱਥਣ ਇੱਥੇ ਆ ਕੇ, ਤੇ ਕਿੱਦਾਂ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਇੱਥੇ? ਨਹੀਂ, ਫਿਰ ਉਹਨਾਂ ਲਈ ਕੈਨੇਡਾ ਹੀ ਚੰਗਾ ਵਾ। ਇੱਥੇ ਮਿਹਨਤ ਤੇ ਕਰਨੀ ਪੈਣੀ ਆ। ਅੱਛਾ, ਕਈ ਸਾਡੇ ਮਿੱਤਰ ਨੇ ਸਾਰੇ ਮਸਲੇ 'ਚ, ਉਹਨਾਂ ਦਾ ਬਹੁਤ ਦਿਲ, ਹਰੇਕ ਦਾ ਦਿਲ ਕਰਦਾ ਹੁੰਦਾ ਵੀ ਇੱਥੇ ਆ ਕੇ ਰਹੀਏ। ਹਾਂਜੀ ਹਾਂਜੀ, ਪਰ ਸਰਵਾਈਵਲ ਨਹੀਂ ਹੈਗਾ। ਵੇਖੋ ਜੇ ਤੁਹਾਡਾ ਆਪਣੇ ਤਜਰਬੇ ਨਾਲ ਇਹ ਕਹਿ ਸਕਦੇ ਵੀ ਹਰੇਕ ਨੂੰ ਸਾਲ 2 ਸਾਲ ਇੱਕ ਵਾਰ ਤਜਰਬਾ ਕਰਕੇ ਦੇਖ ਲੈਣਾ ਚਾਹੀਦਾ। ਤਜਰਬਾ ਉਹ ਕਰੇ ਜਿਹੜਾ ਝੱਲ ਸਕਦਾ, ਜਿਹਦੇ ਪੱਟਾਂ 'ਚ ਜ਼ੋਰ ਹੈਗਾ ਵਾ, ਉਹੀ ਤਜਰਬਾ ਕਰੇ। ਦੇਖੋ ਇਹਦਾ ਤੁਹਾਡਾ ਫਾਈਨੈਂਸ਼ੀਅਲੀ ਸਿਸਟਮ, ਤੁਹਾਡਾ ਬੈਕਅਪ ਵੀ ਹੋਣਾ ਚਾਹੀਦਾ ਵਾ। ਤੁਸੀਂ ਸਪੋਜ਼ ਕਰੋ ਮੈਂ ਬਿਨਾਂ ਸੋਚੇ ਸਮਝੇ ਆ ਜਾ, ਉੱਥੇ ਮੇਰੀ ਕੋਈ $95,000 ਦਾ ਮੇਰਾ ਪੈਕੇਜ ਸੀ ਸਾਲ ਦਾ ਗ੍ਰੀਨ ਹਾਊਸ ਦੇ ਵਿੱਚ, ਮੈਂ ਉਹ ਛੱਡ ਕੇ ਇੱਥੇ ਆਇਆ ਹਾਂ। ਭਾਵੇਂ ਮਹਾਰਾਜ ਦੀ ਕਿਰਪਾ ਨਾਲ ਇੱਥੇ ਵਾਈ ਦਾ ਕੰਮ ਹੈਗਾ ਸੀ, ਪਰ ਐਡੀਸ਼ਨਲੀ ਤੁਹਾਡੇ ਕੋਲ ਇਨਕਮ ਦਾ ਸੋਰਸ ਜਿੰਨੇ ਚਿਰ ਨਹੀਂ ਜਨਰੇਟ ਕਰਦੇ ਨਾ, ਤੁਸੀਂ ਇੱਥੇ ਸਰਵਾਈਵ ਨਹੀਂ ਕਰ ਸਕਦੇ। ਕੱਲੀ ਵਾਈ ਦੇ ਸਿਰ ਤੇ ਨਹੀਂ ਕੰਮ ਹੋ ਸਕਦਾ। ਤੇ ਤਾਂ ਕਰਕੇ ਫਿਰ ਆ ਡੇਅਰੀ ਫਾਰਮਿੰਗ ਦਾ ਹੋ ਗਿਆ, ਟੂਰਿਜ਼ਮ ਦਾ ਹੋ ਗਿਆ, ਕੁਝ এনवायरमेंट ਨੂੰ ਸੁਧਾਰਨ ਕਰਕੇ ਬੂਟਿਆਂ ਦੀ ਪਲੈਨਿੰਗ ਦੀ ਹੋ ਗਈ ਗੱਲ ਵੀ ਜੋ ਰਹਿਣਾ ਇੱਥੇ ਆ। ਜੇ ਤੁਹਾਡਾ ਅੰਦਰ ਇਸ ਫਾਰਮ ਦਾ ਮਾਈਕਰੋ ਕਲਾਈਮੇਟ ਹੋਣਾ ਚਾਹੀਦਾ, ਉਹ ਮਾਈਕਰੋ ਕਲਾਈਮੇਟ ਬਣਾਉਣਾ ਬੂਟਿਆਂ ਨੇ। ਤੇ ਹੋਪਫੁਲੀ ਮੈਂ ਜਦੋਂ ਆਮ ਟਾਰਗੇਟ ਗੱਲ ਕਰਦਾ ਨਾ ਵੀ ਟਾਰਗੇਟ ਇੱਕ ਰੱਖਣਾ ਬੜਾ ਜ਼ਰੂਰੀ ਆ। 5 ਸਾਲ ਦਾ ਮੇਰਾ ਟਾਰਗੇਟ ਸੀ ਜਦੋਂ ਮੈਂ ਕੈਨੇਡਾ ਸੀ, ਉਦੋਂ ਵੀ 5 ਸਾਲ ਸੋਚਿਆ ਵੀ ਮਿਹਨਤ ਕਰਨੀ ਟੋਕ ਕੇ ਜਿੰਨਾ, ਪਰ ਚਲੋ ਕੁਦਰਤੀ ਮੂਡ ਬਣਿਆ, ਮਨ ਬਣਿਆ, ਇੱਧਰ ਆ ਗਏ। ਹੁਣ ਇੱਥੇ ਮੈਨੂੰ 2 ਸਾਲ ਹੋ ਗਏ ਆ। 3 ਸਾਲ ਕਰਨੀ ਆ ਠੋਕ ਕੇ ਮਿਹਨਤ, ਜਿੰਨੀਆਂ ਚੀਜ਼ਾਂ ਵੱਧ ਤੋਂ ਵੱਧ ਜੋੜ ਸਕਦੇ ਆ ਇਸ ਫਾਰਮ ਦੇ ਨਾਲ ਰਿਲੇਟਡ, ਜਾਂ ਇਲਾਕੇ ਨੂੰ ਕੋਈ ਚੀਜ਼ ਆਪਾਂ ਦੇ ਸਕਦੇ ਹੋਈਏ, ਭਾਵੇਂ ਉਹ ਬੂਟਿਆਂ ਪ੍ਰਤੀ ਹੋ ਲਓ ਜਾਂ ਕੋਈ ਹੋਰ ਕੋਈ NGO ਦੇ ਨਾਲ ਹੈਲਪ ਕਰਕੇ ਕਿਸ ਤਰੀਕੇ ਨਾਲ ਕੰਮ ਕਰਦੇ ਹੋਈਏ। 5 ਸਾਲ ਠੋਕ ਕੇ ਕੰਮ ਕਰਨਾ ਤੇ ਫਿਰ ਮਜ਼ਾ ਆਉਣਾ ਕੰਮ। ਮਤਲਬ ਜੇ ਤੁਸੀਂ ਕੰਮ ਹੀ ਨਹੀਂ ਕਰਦੇ, ਤੁਸੀਂ ਭਾਜੀ ਕੀ ਐਕਸਪੈਕਟ ਕਰ ਸਕਦੇ? ਇਨਕਮ ਦਾ ਸੋਰਸ ਤੁਹਾਡੇ ਕੋਲ ਜਨਰੇਟ ਤਾਂ ਹੋਣਾ ਵਾ ਜੇ ਤੁਸੀਂ ਮਿਹਨਤ ਕਰਦੇ ਜੇ। ਤੇ ਹੁਣ 1.5 ਸਾਲ ਹੋ ਗਿਆ, ਹੁਣ ਮੈਨੂੰ ਮਜ਼ਾ ਵੀ ਆ ਰਿਹਾ ਵੀ ਜਦੋਂ ਬੱਚੇ ਵੇਖੀਦੇ ਆ, ਸਾਡਾ ਫਾਰਮ ਗਰੋ ਕਰ ਰਿਹਾ ਵਾ। 20 ਐਨੀਮਲ ਤੋਂ ਅੱਜ 72 ਐਨੀਮਲਸ ਤੇ ਅਸੀਂ ਆ ਗਏ ਆ। ਤੇ ਹਜੇ ਵੀ ਕੁਝ ਸਿੱਖਿਆ ਨਹੀਂ, ਰੋਜ਼ ਸਿੱਖ ਰਹੇ ਆ ਨਵੀਂ। ਵੀ ਅਸੀਂ ਕਿਹੜਾ ਐਕਸਪੀਰੀਅੰਸਡ ਹੈਗੇ ਸੀ, ਵੀ ਹੁਣ ਰੋਜ਼ ਸਿੱਖ ਰਹੇ ਆ। ਐਕਸਪੀਰੀਅੰਸ ਆਪਣੇ ਤੋਂ ਮੈਂ ਇਹ ਕਹਿੰਦਾ ਵਾਂ ਵੀ ਕੰਮ ਜ਼ਰੂਰ ਸ਼ੁਰੂ ਕਰੋ। ਕੈਨੇਡਾ ਤੋਂ ਵਾਪਸ ਆ ਕੇ ਕੰਮ ਕਰਨ ਦਾ ਪਲਾਨ ਬਣਦਾ ਤੇ ਜ਼ਰੂਰ ਕਰੋ, ਪਰ ਆਪਣਾ ਫਾਈਨੈਂਸ਼ੀਅਲ ਸਿਸਟਮ ਵੇਖ ਕੇ ਵੀ ਤੁਸੀਂ ਇੱਥੇ ਸਰਵਾਈਵ ਕਰ ਸਕਦੇ ਆ ਕਿ ਨਹੀਂ ਕਰ ਸਕਦੇ। ਵੀ ਇਨਫ ਸੋਰਸਿਸ ਹੋਣ, ਫਿਰ ਤਜਰਬਾ ਕਰੋ, ਜ਼ਰੂਰ ਕਰੋ। ਤੇ ਆਉਣਾ ਚਾਹੀਦਾ ਲੋਕਾਂ ਨੂੰ, ਵੱਧ ਤੋਂ ਵੱਧ ਕੰਮ ਕਰਨੇ ਚਾਹੀਦੇ ਇੱਥੇ। ਹੁਣ ਸਾਡੇ ਸਾਹਮਣੇ ਫਾਰਮ ਆ, ਪੋਲਟਰੀ ਫਾਰਮ ਉਹਨਾਂ ਕੋਲ, ਉਹ ਵੀਰ ਵੀ ਆਸਟ੍ਰੇਲੀਆ ਸੀ, ਉਹਨਾਂ ਕੋਲ ਇਸ ਟਾਈਮ ਕੋਈ 35-40 ਹਜ਼ਾਰ ਬਰਡ ਹੋਣਾ ਵਾ, ਤੇ ਉਹ ਵੀ ਆਸਟ੍ਰੇਲੀਆ ਤੋਂ ਵਾਪਸ ਆ ਗਏ ਤੇ ਵਧੀਆ ਸਕਸੈਸਫੁਲ ਆ। ਇੱਕ ਬੈਚ ਦਾ 7-7 ਲੱਖ ਰੁਪਇਆ ਬਣਾ ਰਹੇ ਆ। ਇਨਕਮ ਦਾ ਸੋਰਸ ਤੇ ਫਿਰ ਹੀ ਬਣਨਾ ਜੇ ਤੁਸੀਂ ਮਿਹਨਤ ਕਰਦੇ ਜੇ। ਤੇ ਵਧੀਆ ਵਾ, ਮੈਂ ਸੈਟੀਸਫਾਈਡ ਹਾਂ, ਬਹੁਤ ਵਧੀਆ। ਹਾਂਜੀ, ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਜਾਣਕਾਰੀ ਵੀ ਮਿਲੀ ਤੇ ਮੋਟੀਵੇਸ਼ਨ ਵੀ ਮਿਲੀ, ਇਸ ਕਰਕੇ ਠੀਕ ਹੈ। ਮਹਾਰਾਜ ਕਿਰਪਾ ਕਰਨ, ਤਰੱਕੀ ਕਰੋ, ਪੰਜਾਬ ਦੀ ਤਰੱਕੀ 'ਚ ਆਪਣਾ ਹਿੱਸਾ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।